ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸਭੇ ਸਾਂਝੀ ਵਾਲ ਮੁਹਿੰਮ ਤੇ YouTube ਚੈਨਲ ਨੂੰ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਦਾਸ ਤਰਨਦੀਪ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ ਸਾਡੀ ਚਰਚਾ ਦਾ ਵਿਸ਼ੇ ਹੈ ਉਹ ਹੈ ਕਿ ਗੁਰਮਤ ਅਨੁਸਾਰ ਸਾਂਝੀ ਵਾਲਤਾ ਦੇ ਕੀ ਮਾਇਨੇ ਨੇ ਤੇ ਗੁਰਬਾਣੀ ਸਾਂਝੀ ਵਾਲਤਾ ਲਈ ਕੀ ਉਪਦੇਸ਼ ਦਿੰਦੀ ਹੈ। ਤੇ ਸਾਡੇ ਨਾਲ ਚਰਚਾ ਕਰਨ ਲਈ ਅੱਜ ਜੁੜੇ ਨੇ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਆਪ ਜੀ ਨੂੰ ਮੇਰਾ ਸਿੱਧਾ ਪਹਿਲਾ ਸਵਾਲ ਇਹੀ ਹੋਏਗਾ ਕਿ ਗੁਰਬਾਣੀ ਸਾਂਝੀ ਵਾਲਤਾ ਲਈ ਕੀ ਉਪਦੇਸ਼ ਦਿੰਦੀ ਹੈ ਤੇ ਗੁਰਮਤ ਅਨੁਸਾਰ ਸਾਂਝੀ ਵਾਲਤਾ ਦੇ ਕੀ ਮਾਇਨੇ ਨੇ। ਭਾਈ ਸਾਹਿਬ ਜੀ, ਜਾਤ ਪਾਤ ਤੇ ਵੰਡ ਵਿਤਕਰੇ ਦੀ ਵਿਚਾਰਧਾਰਾ ਤੋਂ ਉੱਪਰ ਉੱਠ ਕੇ ਕੁੱਲ ਲਕਾਈ ਨੂੰ ਇੱਕ ਸਮਝਣਾ ਸਾਂਝੀ ਵਾਲਤਾ ਹੈ। ਪਰ ਇਸ ਦੇ ਜਦੋਂ ਅਸੀਂ ਗੁਰਮਤਿ ਦੇ ਰਾਹੀਂ ਗੁਰਬਾਣੀ ਦੇ ਰਾਹੀਂ ਇਸ ਦੇ ਅਰਥ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇੱਕ ਸਿੱਖ ਨੂੰ ਗੁਰੂ ਨੇ ਕੀ ਉਪਦੇਸ਼ ਦ੍ਰਿੜ ਕਰਵਾਇਆ ਹੈ, ਇੱਕ ਸਿੱਖ ਨੂੰ ਗੁਰੂ ਨੇ ਕੀ ਉਪਦੇਸ਼ ਬਖਸ਼ਿਸ਼ ਕੀਤਾ ਹੈ ਗੁਰਬਾਣੀ ਦੇ ਰਾਹੀਂ, ਤਾਂ ਉਦੋਂ ਸਾਨੂੰ ਗੁਰਬਾਣੀ ਦੇ ਵਿਚਲਾ ਉਪਦੇਸ਼ ਸਮਝਣ ਦੀ ਜ਼ਰੂਰਤ ਹੈ। ਗੁਰਬਾਣੀ ਦੇ ਅੰਦਰ ਸਤਿਗੁਰੂ ਜੀ ਨੇ ਅਕਾਲ ਪੁਰਖ ਪਰਮਾਤਮਾ ਦਾ ਜ਼ਿਕਰ ਕੀਤਾ ਹੈ ਤੇ ਜਦੋਂ ਅਕਾਲ ਪੁਰਖ ਪਰਮਾਤਮਾ ਦਾ ਜ਼ਿਕਰ ਕੀਤਾ ਉਦੋਂ ਇਹ ਨਹੀਂ ਕਿਹਾ ਕਿ ਇਹ ਸਿਰਫ ਸਿੱਖਾਂ ਦਾ ਪਰਮਾਤਮਾ ਹੈ, ਜਾਂ ਇਹ ਨਹੀਂ ਕਿਹਾ ਜਾਂ ਇਹ ਕਿਸੇ ਇੱਕ ਧਿਰ ਦਾ ਪਰਮਾਤਮਾ ਹੈ। ਉਦੋਂ ਸ਼ਬਦ ਵਰਤੇ ਨੇ ਕਿ ਸਭੇ ਸਾਂਝੀ ਵਾਲ ਸਦਾਇਣ ਤੋਂ ਕਿਸੇ ਨਾ ਕਿਸੇ ਬਾਹਰ ਆ ਜੀ, ਕਿ ਉਹ ਪ੍ਰਭੂ ਪਰਮਾਤਮਾ ਹਰ ਸ਼ੈ ਕੁਦਰਤ ਦੀ ਹਰ ਚੀਜ਼ ਵਿੱਚ ਵਿਆਪਕ ਹੈ, ਵਸਿਆ ਹੋਇਆ ਹੈ। ਤੇ ਸਿੱਖ ਜਿਹੜਾ ਹੈ ਉਸ ਵਸੇ ਹੋਏ ਪ੍ਰਭੂ ਪਰਮਾਤਮਾ ਨੂੰ ਇੱਕ ਵੈਰੀ ਦੇ ਅੰਦਰ ਵੀ, ਗੁਰੂ ਦਾ ਸਿੱਖ ਜਿਹੜਾ ਸੱਚਾ ਸਿੱਖ ਹੈ, ਜਿਹੜਾ ਸਤਿਆਰਾ ਸਿੱਖ ਹੈ, ਉਹ ਇੱਕ ਵੈਰੀ ਦੇ ਅੰਦਰ ਵੀ ਜਿਹੜਾ ਉਸ ਪ੍ਰਭੂ ਨੂੰ ਹੀ ਵਸਿਆ ਹੋਇਆ ਜਾਣਦਾ ਹੈ। ਇਹੀ ਕਾਰਨ ਹੈ ਕਿ ਜਦੋਂ ਗੁਰਬਾਣੀ ਪੜ੍ਹਦੇ ਹਾਂ ਤੇ ਉਦੋਂ ਸਤਿਗੁਰੂ ਦੀ ਉਪਮਾ ਕਰਦੇ ਹਾਂ ਕਿ ਗੁਰੂ ਨੇ ਇੱਕ ਸਿੱਖ ਨੂੰ ਕੀ ਜਿਹੜਾ ਉਪਦੇਸ਼ ਬਖਸ਼ਿਸ਼ ਕੀਤਾ ਹੈ, ਜੀਵਨ ਜਾਚ ਬਖਸ਼ਿਸ਼ ਕੀਤੀ ਹੈ, ਉਦੋਂ ਫਿਰ ਸਿੱਖ ਦੇ ਅੰਦਰੋਂ ਜਿਹੜੀ ਵਿਚਾਰਧਾਰਾ ਪੁੱਛਦੀ ਹੈ ਉਹਦਾ ਜ਼ਿਕਰ ਵੀ ਗੁਰਬਾਣੀ ਦੇ ਅੰਦਰ ਸਤਿਗੁਰੂ ਜੀ ਨੇ ਖੁਦ ਕੀਤਾ ਕਿ ਧੰਨ ਧੰਨ ਸੋ ਗਿਆਨੀ ਸਤਿਗੁਰੂ ਹਮਾਰਾ ਜਿਨ ਵੈਰੀ ਮਿੱਤਰ ਹਮਕੋ ਸਭ ਸਮਦ੍ਰਿਸ਼ਟ ਦਿਖਾਈ, ਕਿ ਉਹ ਸਤਿਗੁਰੂ ਮਹਾਨ ਗਿਆਨ ਵਾਲਾ ਜਿਨੇ ਵੈਰੀ ਤੇ ਮਿੱਤਰ ਦੇ ਵਿੱਚ ਜਿਹੜਾ ਨਜ਼ਰੀਆ ਇਸ ਵੇਖਣ ਦਾ ਉਹ ਇੱਕ ਕਰ ਦਿੱਤਾ। ਇਸ ਨਜ਼ਰੀਏ ਨੂੰ ਜਦੋਂ ਅਸੀਂ ਗੁਰਬਾਣੀ ਦੇ ਵਿੱਚ ਸਮਝਦੇ ਹਾਂ ਕਿ ਗੁਰੂ ਦੀ ਨਜ਼ਰ ਵਿੱਚ ਕੁੱਲ ਦੁਨੀਆ ਕੁੱਲ ਲੁਕਾਈ ਜਿਹੜੀ ਆ ਉਹ ਇੱਕ ਹੈ। ਜਾਤ ਪਾਤ ਊਚ ਨੀਚ ਤੇ ਵੰਡ ਵਿਤਕਰੇ ਵਾਲੀ ਵਿਚਾਰਧਾਰਾ ਅੱਜ ਹਰ ਪਾਸੇ ਫਿਰਕਾ ਪ੍ਰਸਤੀ ਵਾਲੀ ਵਿਚਾਰਧਾਰਾ ਜਿਹੜੀ ਫੈਲੀ ਹੋਈ ਹੈ, ਇਹ ਬਹੁਤ ਜ਼ਰੂਰੀ ਹੈ। ਗੁਰਬਾਣੀ ਦੇ ਵਿਚਲਾ ਜਿਹੜਾ ਸੰਦੇਸ਼ ਹੈ ਉਹ ਅੱਜ ਕੁੱਲ ਲੁਕਾਈ ਨੂੰ ਦਿੱਤਾ ਜਾਏ, ਲੋਕਾਂ ਤੱਕ ਪਹੁੰਚਾਇਆ ਜਾਏ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜਾ ਉਪਦੇਸ਼ ਕਰਦੀ ਹੈ ਉਹ ਸਭੇ ਸਾਂਝੀ ਵਾਲਤਾ ਵਾਲਾ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਰੱਬ ਹੈ, ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਪਰਮਾਤਮਾ ਹੈ, ਉਹ ਵੀ ਸਭੇ ਸਾਂਝੀ ਵਾਲਤਾ ਹੀ ਵਾਲਾ ਹੈ, ਉਹ ਵੀ ਸਮਦ੍ਰਿਸ਼ਟੀ ਵਾਲਾ ਹੈ। ਜਦੋਂ ਅਸੀਂ ਇਸ ਗੱਲ ਨੂੰ ਗੁਰਬਾਣੀ ਦੇ ਵਿੱਚੋਂ ਸਮਝਦੇ ਹਾਂ ਤੇ ਉੱਥੇ ਸਤਿਗੁਰੂ ਜੀ ਦੀ ਬਾਣੀ ਇਹ ਗੱਲ ਸਾਨੂੰ ਸਮਝਾਉਂਦੀ ਹੈ। ਜਦੋਂ ਜਾਤ ਪਾਤ ਦਾ ਜ਼ਿਕਰ ਕਰਦੇ ਹਾਂ ਤੇ ਮਹਾਰਾਜ ਆਖਦੇ ਆ ਕਿ ਜਾਤ ਪਾਤ ਕੀ ਹੈ। ਸਤਿਗੁਰੂ ਕਹਿੰਦੇ ਜਾਤ ਪਾਤ ਜਿਹੜੀ ਹੈ ਇਹ ਅਸਲ ਦੇ ਵਿੱਚ ਬਹੁਤ ਵੱਡਾ ਕਲੰਕ ਹੈ। ਜਦੋਂ ਅਸੀਂ ਇਹ ਗੱਲ ਸਮਝਦੇ ਹਾਂ ਵੀ ਇਹ ਮਨੁੱਖਾਂ ਨੂੰ ਮਨੁੱਖ ਦੇ ਨਾਲੋਂ ਤੋੜਦੀ ਵੰਡ ਦੀ ਜਿਹੜੀ ਵਿਚਾਰਧਾਰਾ ਹੈ, ਤੇ ਜਦੋਂ ਅਸੀਂ ਗੁਰਬਾਣੀ ਦੇ ਰਾਹੀਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤੇ ਸਤਿਗੁਰੂ ਜੀ ਕਹਿੰਦੇ ਕਿ ਜਾਤ ਜਿਹੜੀ ਹੈ ਜਾਤ ਪਾਤ ਮੈਂ ਪੁੱਛੀਏ ਸੱਚ ਕਰ ਲਿਓ ਬਤਾਏ ਸਾ ਜਾਤ ਸਾ ਪਾਤ ਜਿਹੇ ਕਰਮ ਕਮਾਏ, ਵੀ ਜਾਤ ਪਾਤ ਦੇ ਆਧਾਰ ਤੇ ਕਿਸੇ ਨੂੰ ਜਿਹੜਾ ਵਾ ਵੰਡਣਾ ਇਹ ਕਿਤਨਾ ਕੁ ਜਾਇਜ਼ ਹੈ। ਇਹ ਵੰਡ ਦੀ ਵਿਚਾਰਧਾਰਾ ਜਿਹੜੀ ਅਸੀਂ ਵੇਖਦੇ ਹਾਂ ਜਦੋਂ ਤੇ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ 15 ਭਗਤਾਂ ਦੀ ਬਾਣੀ, ਉਹਨਾਂ ਵਿੱਚੋਂ ਇੱਕ ਭਗਤ ਹੋਏ ਨੇ ਭਗਤ ਨਾਮਦੇਵ। ਭਗਤ ਨਾਮਦੇਵ ਜੀ ਦਾ ਜਦੋਂ ਅਸੀਂ ਜ਼ਿਕਰ ਪੜ੍ਹਦੇ ਹਾਂ, ਉਹਨਾਂ ਦੀ ਬਾਣੀ ਪੜ੍ਹਦੇ ਹਾਂ, ਕਿਉਂਕਿ ਭਾਰਤ ਜਿਹੜਾ ਵਾ ਮੰਦਰਾਂ ਦਾ ਦੇਸ਼ ਮੰਨਿਆ ਜਾਂਦਾ ਹੈ। ਭਾਰਤ ਵਿੱਚ ਮਸਜਿਦਾਂ ਨੇ, ਗੁਰਦੁਆਰੇ ਨੇ, ਪਰ ਮੈਂ ਜਿਸ ਗੱਲ ਦਾ ਜ਼ਿਕਰ ਕਰਨ ਲੱਗਾ ਵਾਂ ਕਿ ਭਗਤ ਨਾਮਦੇਵ ਜੀ ਜਿਹੜੇ ਨੇ ਜਦੋਂ ਇੱਕ ਮੰਦਿਰ ਦੇ ਵਿੱਚ ਭਗਤੀ ਕਰਨ ਵਾਸਤੇ ਜਾਂਦੇ ਨੇ ਤਾਂ ਉਹਨਾਂ ਨੇ ਖੁਦ ਇਸ ਗੱਲ ਦੀ ਜਿਹੜੀ ਆ ਜ਼ਿਕਰ ਕੀਤਾ ਇਸ ਗੱਲ ਦਾ ਕਿ ਉਹ ਇੱਕ ਮੰਦਿਰ ਦੇ ਵਿੱਚ ਭਗਤੀ ਕਰਨ ਵਾਸਤੇ ਗਏ, ਪਰ ਉੱਥੋਂ ਦਾ ਜਿਹੜਾ ਪੁਜਾਰੀ, ਉੱਥੋਂ ਦਾ ਜਿਹੜਾ ਉੱਚ ਅਧਿਕਾਰੀ ਹੈ, ਉੱਥੋਂ ਦਾ ਜਿਹੜਾ
ਉੱਚੀ ਜਾਤ ਵਾਲਾ ਜਿਹੜਾ ਉੱਥੇ ਕਬਜ਼ਾ ਕਰਕੇ ਬੈਠਾ ਹੋਇਆ, ਉਸ ਨੇ ਭਗਤ ਨਾਮਦੇਵ ਜੀ ਨਾਲ ਜਿਹੜਾ ਵਿਵਹਾਰ ਕੀਤਾ, ਉਹਨਾਂ ਨੇ ਉਸ ਦਾ ਜ਼ਿਕਰ ਗੁਰਬਾਣੀ ਦੇ ਰਾਹੀਂ ਕਰ ਦਿੱਤਾ। ਉਹ ਕਰਦੇ ਆ ਕਿ ਹਸਤ ਖੇਡ ਤੇ ਤੇਰੇ ਦੇਹਰੀ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ, ਹੀਨੜੀ ਜਾਤ ਮੇਰੀ ਜਾਤ ਮਰਾਇਆ, ਛਿਪੇ ਕੇ ਜਨਮ ਕਾਹੇ ਕੋ ਆਇਆ, ਲੈ ਕਮਲੀ ਚੱਲਿਓ ਪਲਟਾਏ, ਦੇਹਰੇ ਪਾਛੇ ਬੈਠਾ ਜਾਏ, ਜਿਉਂ ਜਿਉਂ ਨਾਮਾ ਹਰਗੁਣ ਉਚਰੇ ਭਗਤ ਨਾ ਕਰ ਦੇਹਰਾ ਫਿਰ। ਭਗਤ ਨਾਮਦੇਵ ਜੀ ਕਹਿੰਦੇ ਇੱਕ ਮੰਦਿਰ ਦੇ ਵਿੱਚ ਮੈਂ ਗਿਆ ਭਗਤੀ ਕਰਨ ਵਾਸਤੇ, ਪਰ ਮੈਨੂੰ ਮੰਦਿਰ ਦੇ ਵਿੱਚੋਂ ਧੱਕੇ ਮਿਲੇ, ਇਹ ਕਹਿ ਕੇ ਕਿ ਤੂੰ ਸ਼ੂਦਰ ਹੈ, ਤੂੰ ਨਹੀਂ ਵੀ ਜਾਤ, ਕਿਉਂਕਿ 4 ਵਰਨ ਨੇ ਹਿੰਦੂ ਧਰਮ ਦੇ ਵਿੱਚ। ਜਦੋਂ ਇੱਕ ਹਿੰਦੂ ਨੂੰ ਸਤਿਗੁਰੂ ਦੀ ਬਾਣੀ ਨੇ ਉਪਦੇਸ਼ ਕੀਤਾ ਹੈ ਨਾ, ਤੇ ਉਦੋਂ ਉਹਨਾਂ ਦੇ 4 ਵਰਨਾਂ ਦਾ ਜ਼ਿਕਰ ਕੀਤਾ। ਇਹ ਕਿਹਾ ਕਿ ਮੁਸਲਮਾਨ ਮੋਮ ਦਿਲ ਹੋਵੇ, ਮੁਸਲਮਾਨ ਵਾਸਤੇ ਵੀ ਸਤਿਗੁਰੂ ਜੀ ਨੇ ਬੜਾ ਸੁੰਦਰ ਉਪਦੇਸ਼ ਬਖਸ਼ਿਆ ਕਿ ਅੰਦਰੋਂ ਜਿਹੜੀ ਆ ਅਕਾਲ ਪੁਰਖ ਪਰਮਾਤਮਾ ਨਾਲ ਸਾਂਝ ਹੋਵੇ, ਅੱਲਾਹ ਦੇ ਨਾਲ ਸਾਂਝ ਹੋਵੇ ਉਸ ਮੁਸਲਮਾਨ ਵੀਰ ਦੀ। ਇੱਕ ਹਿੰਦੂ ਵੀਰ ਨੂੰ ਜਦੋਂ ਸਮਝਾਇਆ, ਉਦੋਂ ਆਖਿਆ ਇਹ ਜਿਹੜੇ 4 ਵਰਗ ਨੇ ਤੇ ਕਰਮ ਕਾਂਡ ਨੇ ਜਿਹੜੇ ਤੂੰ ਕਰ ਰਿਹਾ, ਇਹਨਾਂ ਦੇ ਨਾਲ ਸੰਸਾਰ ਰੂਪੀ ਸਾਗਰ ਨਹੀਂ ਤਰਿਆ ਜਾ ਸਕਦਾ। ਇਹ ਅਸਲ ਦੇ ਵਿੱਚ ਤੈਨੂੰ ਵੰਡ ਰਹੇ ਨੇ, ਤੈਨੂੰ ਤੋੜ ਰਹੇ ਨੇ ਸੰਸਾਰ ਨਾਲੋਂ, ਕਿਉਂਕਿ ਰੰਗ ਦੀ, ਨਸਲ ਦੀ ਭੇਦਭਾਵ ਜਦੋਂ ਅਸੀਂ ਵੇਖਦੇ ਹਾਂ ਕਿ ਇਹ ਅੱਜ ਸਮਾਜ ਦੇ ਵਿੱਚ ਸਿਰ ਚੜ੍ਹ ਕੇ ਬੋਲੇ। ਸਤਿਗੁਰੂ ਦੀ ਬਾਣੀ ਇਸ ਗੱਲ ਦਾ ਜ਼ਿਕਰ ਕਰਦੀ ਹੈ ਕਿ 4 ਵਰਨ ਜਿਹੜੇ ਨੇ, ਬ੍ਰਾਹਮਣ, ਖੱਤਰੀ, ਸ਼ੂਦਰ ਤੇ ਵੈਸ਼, ਇਹ 4 ਵਰਨ ਨੇ ਹਿੰਦੂ ਜਗਤ ਦੇ ਅੰਦਰ, ਹਿੰਦੂ ਧਰਮ ਦੇ ਅੰਦਰ। ਤੇ ਭਾਈ ਸਾਹਿਬ ਗੱਲ ਇਦਾਂ ਹੈ ਕਿ 4 ਵਰਨਾਂ ਦਾ ਸਤਿਗੁਰੂ ਨੇ ਬਾਣੀ ਦੇ ਵਿੱਚ ਜ਼ਿਕਰ ਕੀਤਾ। ਸਤਿਗੁਰੂ ਜੀ ਉੱਥੇ ਜ਼ਿਕਰ ਕਰਦੇ ਆ ਕਿ 4 ਵਰਨ ਜਿਹੜੇ ਨੇ, ਇਹਨਾਂ 4 ਵਰਨਾਂ ਨੂੰ ਜਿਹੜਾ ਉਪਦੇਸ਼ ਹੈ ਉਹ ਸਾਂਝਾ ਹੈ ਪ੍ਰਭੂ ਦਾ, ਅਕਾਲ ਪੁਰਖ ਦਾ ਜਿਹੜਾ ਉਪਦੇਸ਼ ਹੈ ਉਹ ਸਾਂਝਾ ਹੈ। ਪਰ ਜਦੋਂ ਅਸੀਂ ਸਮਾਜ ਦੇ ਹਾਲਤ ਦੇਖਦੇ ਹਾਂ, ਸਮਾਜ ਵੱਲ ਵੇਖਦੇ ਹਾਂ, ਕਿ ਸਮਾਜ ਦੀ ਇਹ ਹਾਲਤ ਨਹੀਂ ਸੀ। ਭਗਤ ਨਾਮਦੇਵ ਜੀ ਉਸ ਵਕਤ ਗਏ, ਉਹਨਾਂ ਨਾਲ ਜੋ ਕੁਝ ਵਾਪਰਿਆ ਉਹਨਾਂ ਨੇ ਗੁਰਬਾਣੀ 'ਚ ਜ਼ਿਕਰ ਕਰ ਦਿੱਤਾ, ਜਿਹੜਾ ਕਿ ਸ਼ਬਦ ਅਸੀਂ ਪਿੱਛੇ ਪੜ੍ਹਿਆ। ਭਗਤ ਜੀ ਨੇ ਉਸ ਦਿਨ ਤੋਂ ਲੈ ਕੇ, ਭਗਤ ਨਾਮਦੇਵ ਜੀ ਨੇ ਉਸ ਦਿਨ ਤੋਂ ਲੈ ਕੇ ਸਰਬ ਸਾਂਝਾ ਸੰਦੇਸ਼ ਜਿਹੜਾ ਸੀ ਕਿ ਕੁਦਰਤ ਦੇ ਵਿੱਚ ਪ੍ਰਭੂ ਦੇ ਗੁਣ ਜਿਹੜੇ ਪਸਰੇ ਹੋਏ ਨੇ, ਇਹਨਾਂ ਨਾਲ ਸਾਂਝ ਬਣਾਓ। ਇਹ ਸਾਰੀ ਦੀ ਸਾਰੀ ਕੁਦਰਤ ਹੀ ਪ੍ਰਭੂ ਦਾ ਮੰਦਰ ਹੈ, ਪ੍ਰਭੂ ਦਾ ਘਰ ਹੈ। ਤੇ ਇਸ ਸਰੀਰ ਰੂਪੀ ਮੰਦਰ ਦਾ ਵੀ ਜ਼ਿਕਰ ਕਰ ਦਿੱਤਾ ਕਿ ਜਦੋਂ ਇਹ ਗੱਲ ਕਹੀ ਵੀ ਜਿਉਂ ਜਿਉਂ ਨਾਮਾ ਹਰ ਗੁਣ ਉਚਰੇ ਭਗਤ ਜਨਾਂ ਕੋ ਦੇਹਰਾ ਫਿਰੇ, ਕਿ ਉਹਨਾਂ ਨੇ ਅਸਲੀ ਮੰਦਰ ਦਾ ਜਿਹੜਾ ਵਾ ਦਰਸ਼ਨ ਕਰਾ ਦਿੱਤੇ। ਭਈ ਸਾਰੀ ਦੁਨੀਆ ਕੁੱਲ ਲੁਕਾਈ ਬਰਾਬਰ ਹੈ, ਤੇ ਕੁੱਲ ਲੁਕਾਈ ਵਿੱਚ ਸਮਾਨਤਾ ਹੈ ਪ੍ਰਭੂ ਦੇ ਗੁਣਾਂ ਦੀ, ਜਿਹਦਾ ਜ਼ਿਕਰ ਅਸੀਂ ਬਾਣੀ 'ਚ ਪੜ੍ਹਦੇ ਹਾਂ ਕਿ ਪ੍ਰਭੂ ਦਾ ਜਿਹੜਾ, ਪ੍ਰਭੂ ਦੀ ਜਿਹੜੀ ਵਿਚਾਰਧਾਰਾ ਹੈ ਕਿ ਸਭੇ ਸਾਂਝੀ ਵਾਲ ਸਦਾਇਣ, ਕਿਸੇ ਨਾ ਕਿਸੇ ਬਾਹਰ ਆ ਜੀ। ਇਹਦਾ ਇਹ ਨਹੀਂ ਹੈ ਕਿ ਉਹ ਸਿੱਖਾਂ ਦਾ ਰੱਬ ਹੈ ਜਾਂ ਉਹ ਮੁਸਲਮਾਨਾਂ ਦਾ ਰੱਬ ਹੈ ਜਾਂ ਫਲਾਣੀ ਧਿਰ ਦਾ ਰੱਬ ਨਹੀਂ ਜਾਂ ਫਲਾਣੇ ਧਰਮ ਦਾ ਰੱਬ ਨਹੀਂ। ਰੱਬ ਪਰਮਾਤਮਾ ਜਿਹੜਾ ਹੈ ਉਹ ਸਾਰਿਆਂ ਦਾ ਸਾਂਝਾ ਹੈ। ਪ੍ਰਭੂ ਪਰਮਾਤਮਾ ਕਦੀ ਕਿਸੇ ਨਾਲ ਜਾਤ ਪਾਤ ਨਸਲ ਰੰਗ ਦੇ ਨਾਲ ਵਿਤਕਰਾ ਨਹੀਂ ਕਰਦਾ, ਤੇ ਜਦੋਂ ਪ੍ਰਭੂ ਨਹੀਂ ਵਿਤਕਰਾ ਕਰਦਾ ਤੇ ਸਤਿਗੁਰੂ ਵੀ ਇਹੀ ਸਮਦ੍ਰਿਸ਼ਟੀ ਸੋਚ ਜਿਹੜੀ ਆਪਣੇ ਸਿੱਖ ਨੂੰ ਬਖਸ਼ਦਾ। ਜਦੋਂ ਸਤਿਗੁਰੂ ਵਿਤਕਰਾ ਨਹੀਂ ਕਰਦਾ, ਜਦੋਂ ਸਤਿਗੁਰੂ ਇੱਕ ਐਸੀ ਵਿਲੱਖਣ ਵਿਚਾਰਧਾਰਾ ਬਖਸ਼ਿਸ਼ ਕਰਦਾ ਹੈ, ਨਿਆਰਾਪਨ ਬਖਸ਼ਿਸ਼ ਕਰਦਾ ਹੈ, ਜਿਹੜੀ ਸੋਚ ਦਾ ਨਜ਼ਰੀਆ ਲੁਕਾਈ ਨੂੰ ਦੇਖਣ ਦਾ ਹੈ, ਗੁਰੂ ਬਦਲ ਦਿੰਦਾ ਆਪਣੇ ਸਿੱਖ ਦਾ। ਤੇ ਉਦੋਂ ਫਿਰ ਸਿੱਖ ਵੀ ਜਿਹੜਾ ਹੈ, ਗੁਰਬਾਣੀ ਦੇ ਵਿੱਚ ਇਸ ਗੱਲ ਦਾ ਜ਼ਿਕਰ ਸਾਨੂੰ ਪ੍ਰਾਪਤ ਹੁੰਦਾ ਹੈ ਕਿ ਉਹ ਜਿਹੜਾ ਸਿੱਖ ਹੈ ਉਹ ਵੀ ਸਮਦ੍ਰਿਸ਼ਟੀ ਵਾਲਾ ਹੈ, ਉਹਦੀ ਸੋਚ ਵੀ ਨਿਆਰੇਪਨ ਵਾਲੀ ਹੈ, ਉਹਦੀ ਸੋਚ ਵੀ ਸਭੇ ਸਾਂਝੀ ਵਾਲ ਵਾਲੀ ਹੈ, ਉਹਦੀ ਸੋਚ ਵੀ ਬਰਾਬਰਤਾ ਵਾਲੀ ਹੈ। ਹੁਣ ਇਸ ਨੂੰ ਪ੍ਰੈਕਟੀਕਲ ਰੂਪ ਵਿੱਚ ਜਿੰਨਾ ਚਿਰ ਇੱਕ ਸਿੱਖ ਨਹੀਂ ਅਪਣਾਉਂਦਾ, ਉਹਨਾਂ ਚਿਰ ਉਹ ਵਿਚਾਰਧਾਰਾ ਪ੍ਰਗਟ ਨਹੀਂ ਹੁੰਦੀ। ਉਹ ਪ੍ਰਗਟ ਹੋਣੀ ਹੈ ਇਤਿਹਾਸ ਨਾਲ। ਅਗਲਾ ਮੇਰਾ ਪ੍ਰਸ਼ਨ ਭਾਈ ਸਾਹਿਬ ਤੁਹਾਡੇ ਕੋਲੋਂ ਇਹੀ ਸੀ ਕਿ ਜਿਹੜਾ ਸਿੱਖ ਇਤਿਹਾਸ ਹੈ ਉਹ ਸਾਂਝੀਵਾਲਤਾ ਦੇ ਉਦਾਹਰਣ ਕਿਵੇਂ ਦਿੰਦਾ ਹੈ ਜਾਂ ਕਿਵੇਂ ਦੇ ਸਕਦਾ ਹੈ, ਉਸ ਕੋਲੋਂ ਕੀ ਸਿੱਖਿਆ ਜਿਹੜੇ ਹਨ ਅੱਜ ਦੇ ਸਿੱਖ ਇਤਿਹਾਸ ਲੈ ਸਕਦੇ ਵਿੱਚੋਂ ਨੇ। ਜਦੋਂ ਅਸੀਂ ਗੱਲ ਇੱਦਾਂ ਹੈ ਕਿ ਇਤਿਹਾਸ ਵਿੱਚੋਂ ਜਦੋਂ ਅਸੀਂ ਇਸ ਗੱਲ ਦਾ ਜ਼ਿਕਰ ਪੜ੍ਹਦੇ ਹਾਂ ਜੀ, ਤੇ ਬਹੁਤ ਸਾਰੀਆਂ ਐਸੀਆਂ ਉਦਾਹਰਨਾਂ ਨੇ। ਮੈਂ ਇੱਕ ਛੋਟੀ ਜੀ ਉਦਾਹਰਨ ਜਿਹੜੀ ਆ ਸਾਂਝੀ ਕਰਨ ਲੱਗਾ ਵੀ ਢਾਡੀ ਸੋਹਣ ਸਿੰਘ ਸ਼ੀਤਲ ਜੀ ਹੋਏ ਨੇ, ਸਿੱਖ ਕੌਮ ਦੇ ਬੜੇ ਵੱਡੇ ਉੱਘੇ ਵਿਦਵਾਨ ਸੀ ਕਿਸੇ ਸਮੇਂ। ਉਹਨਾਂ ਨੇ ਸਿੱਖ ਕੌਮ ਨੂੰ ਕੁਝ ਕਿਤਾਬਾਂ ਜਿਹੜੀਆਂ ਨੇ ਸਿੱਖ ਕੌਮ ਦੀ ਝੋਲੀ ਵਿੱਚ ਪਾਈਆਂ ਨੇ, ਜਿਨ੍ਹਾਂ ਦੇ ਵਿੱਚੋਂ 2 ਬੜੀਆਂ ਪ੍ਰਸਿੱਧ ਕਿਤਾਬਾਂ ਨੇ। ਇੱਕ ਸਿੱਖ ਰਾਜ ਕਿਵੇਂ ਆਇਆ, ਸਿੱਖ ਰਾਜ ਕਿਵੇਂ ਗਿਆ। ਢਾਡੀ ਸੋਹਣ ਸਿੰਘ ਸ਼ੀਤਲ ਜੀ, ਉਹਨਾਂ ਨੂੰ ਕਿਸੇ ਨੇ ਆ ਕੇ ਪੁੱਛਿਆ, ਕਹਿਣ ਲੱਗੇ ਜੀ ਗੁਰਬਾਣੀ ਤੇ ਇਤਿਹਾਸ ਵਿੱਚ ਕੀ ਅੰਤਰ ਹੈ। ਬੜਾ ਸਰਲ ਜਿਹਾ ਤੇ ਜਿਹੜਾ ਪ੍ਰਸ਼ਨ ਕਰ ਦਿੱਤਾ ਕਿ ਗੁਰਬਾਣੀ ਵਿੱਚ ਤੇ ਇਤਿਹਾਸ ਵਿੱਚ ਕੀ ਅੰਤਰ ਹੈ। ਢਾਡੀ ਸੋਹਣ ਸਿੰਘ ਸ਼ੀਤਲ ਜੀ ਨੇ ਉਸ ਦੇ ਪ੍ਰਸ਼ਨ ਨੂੰ ਸਮਝਿਆ, ਉਸ ਦੇ ਸਵਾਲ ਨੂੰ ਸਮਝਿਆ ਤੇ ਬੜੀ ਹਲੀਮੀ ਦੇ ਨਾਲ ਉਸ ਦੇ ਪ੍ਰਸ਼ਨ ਦਾ ਉੱਤਰ ਦਿੱਤਾ। ਢਾਡੀ ਸੋਹਣ ਸਿੰਘ ਸ਼ੀਤਲ ਜੀ ਕਹਿਣ ਲੱਗੇ, ਕਹਿੰਦੇ ਜਿਹੜਾ ਇਤਿਹਾਸ ਹੈ ਨਾ ਉਹ ਇੱਕ ਕੌਮ ਦਾ ਹੈ,
ਕਿਉਂਕਿ ਹਿੰਦੂ ਵੀਰਾਂ ਦਾ ਆਪਣਾ ਇਤਿਹਾਸ ਹੈ, ਮੁਸਲਮਾਨ ਵੀਰਾਂ ਦਾ ਆਪਣਾ ਇਤਿਹਾਸ ਹੈ, ਬੋਧੀਆਂ ਦਾ ਆਪਣਾ ਇਤਿਹਾਸ ਹੈ, ਈਸਾਈਆਂ ਦਾ ਆਪਣਾ ਇਤਿਹਾਸ ਹੈ। ਇਸੇ ਤਰ੍ਹਾਂ ਸਿੱਖ ਇਤਿਹਾਸ ਵੱਖਰਾ ਹੈ। ਇਤਿਹਾਸ ਕੌਮਾਂ ਦਾ ਵੱਖੋ ਵੱਖਰਾ ਹੁੰਦਾ ਹੈ, ਸਭ ਤੋਂ ਜ਼ਰੂਰੀ ਗੱਲ ਸਮਝੋ। ਪਰ ਜਦੋਂ ਗੁਰਬਾਣੀ ਦਾ ਜ਼ਿਕਰ ਕੀਤਾ, ਢਾਡੀ ਸੋਹਣ ਸਿੰਘ ਸੀਤਲ ਜੀ ਕਹਿਣ ਲੱਗੇ ਗੁਰਬਾਣੀ ਸਰਬ ਸਾਂਝੀ। ਗੁਰਬਾਣੀ ਦੇ ਉੱਤੇ ਕਿਸੇ ਇੱਕ ਕੌਮ ਦਾ ਅਧਿਕਾਰ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਉੱਤੇ ਕਿਸੇ ਇੱਕ ਕੌਮ ਦਾ ਅਧਿਕਾਰ ਨਹੀਂ ਹੈ। ਇਹ ਗੱਲ ਸਮਝਣ ਵਾਲੀ ਹੈ। ਹਾਂ, ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਵਜੋਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਤਿਕਾਰ ਵਜੋਂ ਗੁਰਬਾਣੀ ਨੂੰ ਪੜ੍ਹਨ ਦਾ ਤਰੀਕਾਕਾਰ ਜਿਹੜਾ ਹੈ ਉਹ ਜਿਹੜਾ ਵਾ ਥੋੜਾ ਜਿਹਾ ਸਮਝਣਾ ਪੈਂਦਾ ਹੈ, ਮਰਿਆਦਾ ਨੂੰ ਥੋੜਾ ਜਿਹਾ ਸਮਝਣਾ ਪੈਂਦਾ ਹੈ। ਤੇ ਭਾਵੇਂ ਕੋਈ ਹਿੰਦੂ ਵੀਰ ਹੋਵੇ ਉਹ ਵੀ ਜੀਵਨ ਜਾਚ ਜਿਹੜਾ ਸਿੱਖ ਸਕਦਾ ਹੈ ਗੁਰਬਾਣੀ ਪੜ੍ਹ ਕੇ, ਉਹਨੂੰ ਵੀ ਇੱਥੇ ਕੋਈ ਰੋਕ ਟੋਕ ਨਹੀਂ। ਭਾਵੇਂ ਕੋਈ ਬੋਧੀ ਹੋਵੇ, ਭਾਵੇਂ ਕੋਈ ਜੈਨੀ ਹੋਵੇ, ਭਾਵੇਂ ਕੋਈ ਮੁਸਲਮਾਨ ਹੋਵੇ, ਕਿਸੇ ਮਤ ਮਤਾਂਤਰ ਨਾਲ ਸੰਬੰਧ ਰੱਖਦਾ ਹੋਵੇ, ਉਹ ਗੁਰਬਾਣੀ ਨੂੰ ਪੜ੍ਹ ਸਕਦਾ ਹੈ। ਪਰ ਸ਼ਰਤ ਇਹ ਹੈ ਕਿ ਗੁਰਬਾਣੀ ਨੂੰ ਪੜ੍ਹਨ ਵਕਤ ਮਰਿਆਦਾ ਦੇ ਵਿੱਚ ਥੋੜਾ ਜਿਹਾ ਉਸ ਨੂੰ ਰਹਿਣਾ ਪਵੇ। ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਤਿਕਾਰ ਵਾਸਤੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼ ਵਕਤ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸੁਖਾਸਨ ਵਕਤ, ਇਹ ਮਰਿਆਦਾ ਕੰਡੀਸ਼ਨਾਂ ਨੇ, ਸ਼ਰਤਾਂ ਨੇ। ਪਰ ਜਦੋਂ ਅਸੀਂ ਇਸ ਗੱਲ ਨੂੰ ਸਮਝਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਕੋਈ ਵੀ ਪੜ੍ਹ ਸਕਦਾ ਹੈ, ਪਰ ਇੱਥੇ ਇਸ ਹਿੰਦੁਸਤਾਨ ਦੇ ਅੰਦਰ, ਇਸ ਭਾਰਤ ਦੇ ਅੰਦਰ ਕਿਸੇ ਸਮੇਂ ਇਹ ਵੀ ਵਿਚਾਰ ਸੀ ਕਿ ਦੂਜੇ ਧਰਮ ਵਾਲਾ ਕੋਈ ਧਾਰਮਿਕ ਗ੍ਰੰਥ ਉਹਨੂੰ ਪੜ੍ਹਨ ਦੀ ਆਗਿਆ ਦੇਣੀ ਤਾਂ ਦੂਰ ਦੀ ਗੱਲ ਆ, ਆਪਣੇ ਧਰਮ ਵਿੱਚ ਬਣੇ ਵਰਨ ਵੰਡ ਜਿਹੜੇ ਨੇ ਜਾਂ ਜਾਤ ਪਾਤ ਜਿਹੜੀਆਂ ਨੇ, ਕਿ ਜੇ ਕੋਈ ਸ਼ੂਦਰ ਹੈ ਤੇ ਉਹ ਨਹੀਂ ਪੜ੍ਹ ਸਕਦਾ ਧਾਰਮਿਕ ਗ੍ਰੰਥ, ਉਹ ਗਿਆਨ ਨਹੀਂ ਲੈ ਸਕਦਾ, ਮੰਦਰ ਦੇ ਵਿੱਚ ਆ ਕੇ ਬੰਦਗੀ ਨਹੀਂ ਕਰ ਸਕਦਾ। ਕਿਸੇ ਸਮੇਂ ਇਹ ਵੀ ਇਸ ਭਾਰਤ ਦੇ ਵਿੱਚ ਐਸੀ ਵਿਚਾਰਧਾਰਾ ਜਿਹੜੀ ਹੈ ਸੀ, ਭਾਵੇਂ ਕਿ ਅੱਜ ਬਹੁਤ ਘੱਟ ਹੈ, ਲੇਕਿਨ ਅੱਜ ਵੀ ਕੁਰੂਕਸ਼ੇਤਰ ਦੇ ਅੰਦਰ ਦੀ ਗੱਲ ਹੈ, ਇਹ ਅੱਜ ਦੀ ਗੱਲ ਹੈ, ਕੁਝ ਥੋੜੇ ਦਿਨਾਂ ਦੀ ਗੱਲ ਹੈ। ਇੱਕ ਨੌਜਵਾਨ ਸ਼ੂਦਰ ਜਾਤ ਨਾਲ, ਸ਼ੂਦਰ ਵਰਨ ਨਾਲ ਸੰਬੰਧ ਰੱਖਦਾ, ਨੀਵੀਂ ਜਾਤ ਨਾਲ ਸੰਬੰਧ ਰੱਖਦਾ ਸੀ। ਉਹ ਕੁਰੂਕਸ਼ੇਤਰ ਦੇ ਵਿੱਚ ਇੱਕ ਮੰਦਰ ਦੇ ਵਿੱਚ ਗਿਆ ਤੇ ਉਹਨੂੰ ਪਹਿਲਾਂ ਤਾਂ ਵੜਨ ਨਹੀਂ ਦਿੱਤਾ ਜਾ ਰਿਹਾ ਸੀ, ਕਿ ਜ਼ਬਰਦਸਤੀ ਜਦੋਂ ਉਹ ਗਿਆ ਤੇ ਉਹਨੂੰ ਗੋਲੀ ਮਾਰ ਕੇ ਮਾਰ ਦਿੱਤਾ। ਬਿਲਕੁਲ ਹੁਣ ਸੋਚਣ ਵਾਲੀ ਗੱਲ ਹੈ ਕਿ ਇਹ ਅੱਜ ਤੱਕ ਇਹ ਵਿਤਕਰਾ ਜਿਹੜਾ ਚੱਲ ਰਿਹਾ ਹੈ, ਇਹ ਮੌਜੂਦਾ ਹਾਲਾਤ ਨੇ ਸਾਡੇ ਸਮਾਜ ਦੇ, ਸਾਡੇ ਸੰਸਾਰ ਦੇ। ਸਭ ਤੋਂ ਜ਼ਰੂਰੀ ਗੱਲ ਹੈ ਕਿ ਗੁਰਮਤ ਦ੍ਰਿਸ਼ਟੀਕੋਣ ਤੋਂ ਜਦੋਂ ਅਸੀਂ ਇਸ ਗੱਲ ਨੂੰ ਸਮਝਦੇ ਹਾਂ ਤਾਂ ਗੁਰਬਾਣੀ ਵੇਖੋ, ਇੱਕ ਗੱਲ ਜਿਹੜੀ ਗੁਰੂ ਸਾਹਿਬਾਨਾਂ ਨੇ ਸਾਡੀ ਜ਼ਿੰਦਗੀ ਦੇ ਵਿੱਚ, ਜਿਹੜੀ ਸਾਡੀ ਜ਼ਿੰਦਗੀ ਦੇ ਵਿੱਚ ਵਸਾਈ ਹੈ, ਉਹ ਕੀ ਹੈ ਕਿ ਸਮ ਦ੍ਰਿਸ਼ਟੀ, ਭਾਵੇਂ ਕੋਈ ਮੁਸਲਮਾਨ ਆਵੇ, ਭਾਵੇਂ ਕੋਈ ਬੋਧੀ ਆਵੇ, ਭਾਵੇਂ ਕੋਈ ਜੈਨੀ ਆਵੇ, ਕਿਸੇ ਮਤ ਮਤਾਂਤਰ ਨਾਲ ਸੰਬੰਧ ਰੱਖਦਾ ਹੋਵੇ, ਆ ਕੇ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਬਾਣੀ ਨੂੰ ਪੜ੍ਹ ਸਕਦਾ। ਗੁਰਬਾਣੀ ਨੂੰ ਆਦਰ ਸਤਿਕਾਰ ਨਾਲ ਉਹ ਪੜ੍ਹੇ, ਜੀਵਨ ਜਾਚ ਸਿੱਖੇ, ਕੋਈ ਪਾਬੰਦੀ ਨਹੀਂ। ਇਹ ਢਾਡੀ ਸੋਹਣ ਸਿੰਘ ਸੀਤਲ ਨੇ ਉਸ ਨੂੰ ਸਮਝਾਇਆ, ਉਸ ਪ੍ਰਸ਼ਨਕਰਤਾ ਨੂੰ, ਉਸ ਸਿੱਖ ਨੂੰ ਸਮਝਾਇਆ ਕਿ ਇਤਿਹਾਸ ਕੌਮਾਂ ਦੀ ਜਿੰਦ ਜਾਨ ਹੋਇਆ ਕਰਦਾ ਹੈ। ਇਤਿਹਾਸ ਆਪੋ ਆਪਣਾ ਹੈ, ਇਤਿਹਾਸ ਕੋਈ ਵੱਖਰੀ ਗੱਲ ਹੈ, ਜਾਣਕਾਰੀ ਲੈਣ ਵਾਸਤੇ ਕੋਈ ਪੜ੍ਹ ਸਕਦਾ ਹੈ, ਪਰ ਕੌਮਾਂ ਦੀ ਜਿੰਦ ਜਾਨ ਇਤਿਹਾਸ ਹੈ। ਪਰ ਗੁਰਬਾਣੀ ਸਰਬ ਸਾਂਝੀ। ਇੱਥੋਂ ਇੱਕ ਗੱਲ ਹੋਰ ਸਮਝਣ ਵਾਲੀ ਹੈ ਕਿ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਹੈ ਨਾ, 15 ਭਗਤਾਂ ਦੀ, 15 ਭਗਤਾਂ ਦੀ ਬਾਣੀ ਦੇ ਵਿੱਚ, ਉਹ 15 ਭਗਤ ਵੱਖੋ ਵੱਖਰੇ ਇਲਾਕਿਆਂ ਦੇ ਵਿੱਚ, ਵੱਖੋ ਵੱਖਰੇ ਸੂਬਿਆਂ ਦੇ ਵਿੱਚ ਉਹਨਾਂ ਨੇ ਜਨਮ ਲਿਆ। ਤੇ ਵਿਚਾਰਧਾਰਾ ਜਦੋਂ ਅਸੀਂ ਵੇਖਦੇ ਹਾਂ ਕਿ ਗੁਰੂ ਸਾਹਿਬਾਨਾਂ ਦੀ, ਭੱਟ ਸਾਹਿਬਾਨਾਂ ਦੀ, ਭਗਤ ਸਾਹਿਬਾਨਾਂ ਦੀ, ਗੁਰੂ ਕਿਆਂ ਸਿੱਖਾਂ ਦੀ ਇੱਕ ਹੈ। ਗੁਰੂ ਗ੍ਰੰਥ ਸਾਹਿਬ ਵਿੱਚ 35 ਮਹਾਂਪੁਰਖਾਂ ਦੀ ਬਾਣੀ ਹੈ, 35 ਦੀ ਇੱਕੋ ਵਿਚਾਰਧਾਰਾ ਹੈ। ਜਦੋਂ ਭਗਤ ਰਵਿਦਾਸ ਜੀ ਪੜ੍ਹਦੇ ਆ, ਭਗਤ ਜੀ ਕਹਿੰਦੇ ਨੇ, ਬੇਗਮ ਪੂਰਾ ਸ਼ਹਿਰ ਕੋ ਨਾ ਦੁੱਖ ਦੋ ਨਹੀਂ ਕਹਤਾ ਨਾ ਤਸਵੀਰ ਖਰਾਜ ਨਾ ਮਾਤ ਖੌਫ ਨਾ ਖਤਾ ਨਾ ਤਰਸ ਦੁਆ। ਇੱਕ ਐਸੇ ਸਮਾਜ ਦਾ ਉਹਨਾਂ ਨੇ ਜ਼ਿਕਰ ਕਰ ਦਿੱਤਾ ਕਿ ਜਿੱਥੇ ਕੋਈ ਗਮ ਨਹੀਂ, ਜਿੱਥੇ ਕੋਈ ਵਿਤਕਰਾ ਨਹੀਂ, ਜਿੱਥੇ ਕੋਈ ਫਿਰਕਾ ਪ੍ਰਸਤੀ ਵਾਲੀ ਵਿਚਾਰਧਾਰਾ ਨਹੀਂ। ਹੁਣ ਆਹ ਜਿਹੜਾ ਨੁਕਤਾ ਹੈ ਨਾ, ਭਗਤ ਰਵਿਦਾਸ ਜੀ ਨੇ ਸਾਨੂੰ ਬਖਸ਼ਿਸ਼ ਕੀਤਾ, ਇਸੇ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਰੂਪ ਵਿੱਚ ਪ੍ਰਗਟ ਕੀਤਾ। ਇਸ ਨੁਕਤੇ ਨੂੰ ਇਹ ਸਮਝਣਾ ਪਏਗਾ ਕਿ ਇਹ ਇੱਕ ਐਸਾ ਸੰਕਲਪ ਸਿੱਖ ਕੌਮ ਨੂੰ ਬਖਸ਼ਿਸ਼ ਕਰ ਦਿੱਤਾ, ਮਾਨਵਤਾ ਨੂੰ ਬਖਸ਼ਿਸ਼ ਕਰ ਦਿੱਤਾ ਭਗਤ ਰਵਿਦਾਸ ਜੀ ਨੇ, ਜਾਂ ਭਗਤ ਕਬੀਰ ਸਾਹਿਬ ਜੀ ਨੇ। ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਇਸ ਜਾਨੀ। ਤੇ ਜਦੋਂ ਅਸੀਂ ਸਾਂਝੀਵਾਲਤਾ ਦਾ ਜੇ ਅਰਥ ਪੜ੍ਹਦੇ ਹਾਂ ਤੇ ਉੱਥੇ ਵੀ ਇਹੀ ਗੱਲ ਸਾਨੂੰ ਮਿਲਦੀ ਹੈ ਕਿ ਭਈ ਪਿਆਰ ਮੁਹੱਬਤ ਦੇ ਨਾਲ ਦੂਸਰੇ ਦੇ ਬਾਰੇ ਸੋਚਣਾ, ਸਵਾਰਥ ਤੋਂ ਉੱਪਰ ਉੱਠ ਕੇ ਦੂਜੇ ਬਾਰੇ ਸੋਚਣਾ। ਇਤਿਹਾਸ ਦੀ ਇੱਕ ਸਾਖੀ ਬੜੀ ਪਿਆਰੀ ਪ੍ਰਾਪਤ ਹੁੰਦੀ ਹੈ ਕਿ ਜਦੋਂ ਦਿੱਲੀ ਦੇ ਵਿੱਚ ਫਰਕਸ਼ੀਅਰ ਬਾਦਸ਼ਾਹ ਗੁਰੂ ਕੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਫੜ ਕੇ ਤੇ ਨਾਲ ਕਈ ਗੁਰੂ ਕਿਆਂ ਸਿੱਖਾਂ ਨੂੰ ਕੈਦ ਕਰਕੇ ਦਿੱਲੀ ਲਿਜਾਇਆ ਸੀ ਫਰਕਸ਼ੀਅਰ ਬਾਦਸ਼ਾਹ ਦੇ ਕੋਲ। ਉਦੋਂ ਫਰਕਸ਼ੀਅਰ ਬਾਦਸ਼ਾਹ ਨੇ ਗੁਰੂ ਕਿਆਂ ਸਿੱਖਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤਾ, ਕੈਦਖਾਨਿਆਂ ਦੇ ਵਿੱਚ ਬੰਦ ਕਰ ਦਿੱਤਾ। ਉਸ ਵਕਤ ਦੀ ਜਿਹੜੀ
ਗੱਲ ਹੈ ਉਹ ਬੜੀ ਪਿਆਰੀ ਪ੍ਰਾਪਤ ਹੁੰਦੀ ਹੈ ਵੀ ਉਹਨੇ ਕਈ ਦਿਨ ਗੁਰੂ ਪਿਆਰੇ ਸਿੱਖਾਂ ਨੂੰ ਪਹਿਲਾਂ ਤਾਂ ਭੁੱਖੇ ਰੱਖਿਆ ਤੇ ਕਈਆਂ ਨੂੰ ਸ਼ਹੀਦ ਕਰ ਦਿੱਤਾ। ਉਹਦੇ ਵਿੱਚੋਂ ਇੱਕ ਬੜੀ ਪਿਆਰੀ ਜਿਹੜੀ ਵਿਚਾਰ, ਇਤਿਹਾਸਕ ਵਿਚਾਰ ਜਿਹੜੀ ਪ੍ਰਾਪਤ ਹੁੰਦੀ ਹੈ ਵੀ ਜਿਹੜਾ ਫਰਕਸ਼ੀਅਰ ਬਾਦਸ਼ਾਹ ਹੈ ਨਾ, ਫਰਕਸ਼ੀਅਰ ਬਾਦਸ਼ਾਹ ਉਹ ਸੋਚਦਾ, ਕਹਿੰਦਾ ਇਹਨਾਂ ਨੂੰ ਭੁੱਖੇ ਰੱਖੋ, ਇਹਨਾਂ ਸਿੱਖਾਂ ਨੂੰ ਇਹਨਾਂ ਨੂੰ ਭੁੱਖੇ ਰੱਖੋ, ਇਹ ਤੜਫਣ। ਤੇ ਫਿਰ ਇੱਕ ਦਿਨ ਉਹ ਰੋਟੀ ਫੜ ਕੇ ਤੇ ਜਦੋਂ ਕੈਦਖਾਨੇ ਦੇ ਵਿੱਚ ਜਾਂਦਾ ਹੈ, ਉਹ ਦੇਖਦਾ ਹੈ ਕਿ ਇੱਕ ਕੈਦਖਾਨੇ ਵਿੱਚ 3 ਸਿੱਖ ਜਿਹੜੇ ਮੌਜੂਦ ਨੇ, ਇੱਕ ਬੱਚਾ, ਇੱਕ ਨੌਜਵਾਨ ਤੇ ਇੱਕ ਬਜ਼ੁਰਗ। ਉਹ ਇਹ ਗੱਲ ਉਹਦੇ ਮਨ ਵਿੱਚ ਆਈ ਕਿ ਮੈਂ ਤਮਾਸ਼ਾ ਦੇਖਦਾ ਵਾਂ, ਇਹਨਾਂ ਨੂੰ ਮੈਂ ਰੋਟੀ ਸੁੱਟਾਂਗਾ, ਇਹ ਆਪਸ ਦੇ ਵਿੱਚ ਲੜਨਗੇ। ਬਜ਼ੁਰਗ ਕਹੂਗਾ ਕਿ ਮੈਂ ਰੋਟੀ ਫੜਨੀ ਹੈ, ਨੌਜਵਾਨ ਕਹੂਗਾ ਕਿ ਮੈਂ ਫੜ ਕੇ ਖਾਣੀ ਹੈ, ਤੇ ਬੱਚਾ ਭੱਜ ਕੇ ਕਹੂਗਾ ਕਿ ਮੈਂ ਖਾਣੀ। ਇਹ ਆਪਸ ਵਿੱਚ ਲੜਨਗੇ, ਆਪਸ ਵਿੱਚ ਤੜਫਣਗੇ, ਤੇ ਮੈਂ ਇਹ ਤਮਾਸ਼ਾ ਵੇਖਾਂਗਾ। ਇਹ ਸੋਚ ਕਿਹਦੀ? ਫਰਕਸ਼ੀਅਰ ਬਾਦਸ਼ਾਹ ਦੀ। ਉਹਨੇ ਰੋਟੀ ਸੁੱਟੀ ਤੇ ਸਭ ਤੋਂ ਪਹਿਲਾਂ ਰੋਟੀ ਹੱਥ ਵਿੱਚ ਆਈ ਬਜ਼ੁਰਗ ਦੇ। ਬਜ਼ੁਰਗ ਨੇ ਨੌਜਵਾਨ ਵੱਲ ਵੇਖਿਆ, ਬੱਚੇ ਵੱਲ ਵੇਖਿਆ। ਬਜ਼ੁਰਗ ਨੇ ਸੋਚਿਆ, ਕਹਿਣ ਲੱਗਾ ਕਿ ਇਹ ਰੋਟੀ ਮੈਂ ਤਾਂ ਢਲਣ ਵਾਲਾ ਵਾਂ, ਇਹਦੀ ਜ਼ਰੂਰਤ ਨੌਜਵਾਨ ਨੂੰ ਆ ਜਿਹਨੇ ਲੜਨਾ ਹੈ ਤੇ ਲੜ ਕੇ ਸਾਨੂੰ ਬਚਾ ਸਕਦਾ ਹੈ, ਕੌਮ ਆਪਣੀ ਨੂੰ ਬਚਾ ਸਕਦਾ। ਮੈਂ ਤਾਂ ਢਲਣ ਵਾਲਾ, ਕੀ ਪਤਾ ਕਦੋਂ ਢਲ ਜਾਣਾ। ਉਸ ਬਜ਼ੁਰਗ ਸਿੱਖ ਨੇ ਉਹ ਰੋਟੀ ਜਿਹੜੀ ਆ ਉਹ ਚੁੱਕ ਕੇ ਨੌਜਵਾਨ ਨੂੰ ਦੇ ਦਿੱਤੀ। ਜਦੋਂ ਨੌਜਵਾਨ ਨੂੰ ਰੋਟੀ ਦਿੱਤੀ ਆ, ਨੌਜਵਾਨ ਨੇ ਰੋਟੀ ਵੱਲ ਵੇਖਿਆ ਤੇ ਉਹਨੇ ਬੱਚੇ ਵੱਲ ਵੇਖਿਆ। ਉਹ ਕਹਿਣ ਲੱਗਾ, ਮੇਰਾ ਤੇ ਕੁਝ ਨਾ ਕੁਝ ਸਾਰ ਲਵਾਂਗਾ, ਕੁਝ ਨਾ ਕੁਝ ਸਮੇਂ ਤੱਕ ਜਿਉਂਦਾ ਰਵਾਂਗਾ, ਪਰ ਇਸ ਰੋਟੀ ਦੀ ਜ਼ਰੂਰਤ ਇਸ ਬੱਚੇ ਨੂੰ ਆ, ਕਿਉਂਕਿ ਇਹ ਬੱਚਾ ਜਿਹੜਾ ਵਾ ਇਹਦੀ ਉਮਰ ਛੋਟੀ ਆ, ਇਹ ਮੇਰੀ ਕੌਮ ਦਾ ਭਵਿੱਖ ਆ, ਇਹ ਮੇਰੀ ਕੌਮ ਦਾ ਭਵਿੱਖ ਹੋਣ ਕਰਕੇ ਮੇਰੀ ਕੌਮ ਜਿਹੜੀ ਆ ਉਸ ਨੂੰ ਹੋਰ ਬੁਲੰਦੀਆਂ ਤੇ ਪਹੁੰਚਾ ਸਕਦਾ ਹੈ ਆਉਣ ਵਾਲੇ ਸਮੇਂ 'ਚ, ਜੇ ਇਹ ਬਚ ਗਿਆ। ਇਸ ਕਰਕੇ ਇਸ ਰੋਟੀ ਦੀ ਜ਼ਰੂਰਤ ਇਸ ਬੱਚੇ ਨੂੰ। ਉਹ ਰੋਟੀ ਘੁੰਮਦੀ ਘੁਮਾਉਂਦੀ ਉਸ ਬੱਚੇ ਕੋਲ ਚਲੀ ਗਈ। ਬੱਚੇ ਨੇ ਫਿਰ ਬਜ਼ੁਰਗ ਨੂੰ ਵੇਖਿਆ, ਕਹਿਣ ਲੱਗਾ, ਇਹ ਰੋਟੀ ਬਜ਼ੁਰਗ ਦੀ ਜ਼ਰੂਰਤ ਹੈ ਕਿਉਂਕਿ ਬਜ਼ੁਰਗ ਹੈ। ਉਹ ਰੋਟੀ ਫਿਰ ਬਜ਼ੁਰਗ ਦੇ ਕੋਲ ਆ ਗਈ। ਤੁਸੀਂ ਸੋਚੋ, ਉਹ ਬਜ਼ੁਰਗ ਦੇ ਹੱਥ ਵਿੱਚ ਰੋਟੀ ਉਹਦੇ ਘੁਮਾ ਕੇ ਫਿਰ ਫਰਕਸ਼ੀਅਰ ਬਾਦਸ਼ਾਹ ਦੇ ਕੋਲ। ਫਰਕਸ਼ੀਅਰ ਬਾਦਸ਼ਾਹ ਤੌਬਾ ਕਰਨ ਲੱਗਾ, ਕਹਿਣ ਲੱਗਾ ਵੀ ਕਮਾਲ ਹੈ, ਧੰਨ ਹੈ ਸਿੱਖੀ ਦੀ। ਭਈ ਇਹਨਾਂ ਨੂੰ ਇਤਨਾ ਜਜ਼ਬਾ, ਇਤਨੀ ਹਿੰਮਤ ਕਿਹਨੇ ਦਿੱਤੀ? ਮੈਂ ਇੱਥੋਂ ਇਹ ਗੱਲ ਜਿਹੜੀ ਸਮਝੀ ਵੀ ਇਸ ਇਤਿਹਾਸਿਕ ਪੱਖ ਤੋਂ ਕਿ ਸਾਂਝੀਵਾਲਤਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਸਵਾਰਥ ਤੋਂ ਉੱਪਰ ਉੱਠ ਕੇ ਆਪਣੇ ਬਾਰੇ ਸੋਚਣ ਦੀ ਬਜਾਏ ਦੂਸਰੇ ਬਾਰੇ ਸੋਚੋ। ਤੇ ਤਿੰਨਾਂ ਨੇ ਕਿਹਦੇ ਬਾਰੇ ਸੋਚ ਲਿਆ? ਕੌਮ ਬਾਰੇ ਸੋਚਿਆ। ਕਿਉਂਕਿ ਫਰਕਸ਼ੀਅਰ ਬਾਦਸ਼ਾਹ ਦੀ ਪਾਈ ਹੋਈ ਰੋਟੀ ਜਿਹੜੀ ਆ ਉਸ ਨੂੰ ਵੀ ਲੱਤ ਮਾਰੀ ਹੈ ਰਾਜ ਭਾਗ ਦੇਣ ਦੀਆਂ, ਤੇ ਹੋਰ ਜਿਹੜੀਆਂ ਉਹ ਗੱਲਾਂ ਕਰਦਾ ਸੀ ਕਿ ਤੁਸੀਂ ਮੁਸਲਮਾਨ ਹੋ ਜਾਓ, ਉਹਨਾਂ ਦੀ ਗੱਲਾਂ, ਉਹ ਵਿਚਾਰਾਂ ਤੇ ਬੜੀ ਦੂਰ ਦੀ ਗੱਲ ਸੀ ਕਿ ਐਸ਼ ਆਰਾਮ ਜਿਹੜੇ ਤੁਹਾਨੂੰ ਦਿੱਤੇ ਜਾਣਗੇ, ਜੋ ਤੁਸੀਂ ਕਹੋਗੇ ਉਹ ਤੁਹਾਨੂੰ ਦਿੱਤਾ ਜਾਏਗਾ, ਤੁਸੀਂ ਮੁਸਲਮਾਨ ਧਰਮ ਨੂੰ ਅਪਣਾ ਲਓ। ਉਸ ਵਕਤ ਗੁਰੂ ਕੇ ਸਿੱਖਾਂ ਨੇ ਕੌਮ ਬਾਰੇ ਸੋਚਿਆ, ਭਾਵੇਂ ਉਹ ਬਜ਼ੁਰਗ ਸੀ, ਭਾਵੇਂ ਉਹ ਨੌਜਵਾਨ ਸੀ, ਭਾਵੇਂ ਉਹ ਬੱਚਾ ਸੀ, ਜਿਸ ਵੀ ਉਮਰ ਵਿੱਚ ਗੁਰੂ ਕਾ ਸਿੱਖ ਸੀ, ਉਹਨੇ ਕੌਮ ਬਾਰੇ ਸੋਚਿਆ। ਨਿੱਜ ਸਵਾਰਥ ਤੋਂ ਉੱਪਰ ਉੱਠ ਕੇ ਕੌਮ ਬਾਰੇ ਸੋਚਿਆ। ਇਹਨੂੰ ਕਹਿੰਦੇ ਆ ਸਾਂਝੀਵਾਲਤਾ। ਇਹ ਸਾਂਝੀਵਾਲਤਾ ਹੈ ਕਿ ਇੱਕ ਰੋਟੀ ਨੇ ਆਖਿਆ ਮੈਨੂੰ ਤੇ ਜ਼ਰੂਰਤ ਨਹੀਂ, ਇਹਨੂੰ ਜ਼ਰੂਰਤ ਹੈ, ਦੂਜੇ ਨੇ ਕਿਹਾ ਉਹਨੂੰ ਨਹੀਂ, ਤੇ ਦੂਜੇ ਨੇ ਕਿਹਾ ਨਹੀਂ, ਇਹ ਸਾਡੀ ਕੌਮ ਦੀ ਖਾਤਰ ਅਸੀਂ ਆਪਣੇ ਆਪ ਨੂੰ ਵਾਰ ਸਕਦੇ ਹਾਂ। ਆਪਣੇ ਨਿੱਜ ਤੋਂ ਉੱਪਰ ਉੱਠ ਕੇ ਕੌਮ ਦੀ ਖਾਤਰ, ਨਿੱਜ ਤੋਂ ਸਵਾਰਥ ਤੋਂ ਉੱਪਰ ਉੱਠ ਕੇ, ਵੰਡ ਵਿਤਕਰੇ ਤੋਂ ਉੱਪਰ ਉੱਠ ਕੇ ਦੂਸਰੇ ਦੇ ਭਲੇ ਬਾਰੇ ਸੋਚਣਾ। ਸਿੱਖ ਕੌਮ ਹਰ ਰੋਜ਼ ਅਰਦਾਸ ਦੇ ਵਿੱਚ ਇੱਕ ਹੀ ਬੋਲ ਜਿਹੜੇ ਅਖੀਰ 'ਤੇ ਪੜ੍ਹਦੀ, ਜਦੋਂ ਅਸੀਂ ਪੜ੍ਹਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ ਸਰਬੱਤ ਦਾ ਭਲਾ। ਹੁਣ ਆਹ ਜਿਹੜਾ ਵਿਸ਼ਾ ਹੈ ਸਰਬੱਤ ਦਾ ਭਲਾ ਤੇ ਸਾਂਝੀਵਾਲਤਾ, ਇਹ ਇੱਕ ਹੈ। ਸਰਬੱਤ ਦਾ ਭਲਾ ਤੇ ਸਾਂਝੀਵਾਲਤਾ ਇੱਕ ਹੈ। ਇਹਦੇ ਵਿੱਚੋਂ ਮੈਂ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਤੋਂ ਇੱਕ ਜਿਹੜੀ ਆ ਇਤਿਹਾਸਕ ਪੱਖ ਹੋਰ ਸਾਂਝਾ ਕਰਦੇ ਹਾਂ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਕਲਾਨੌਰ ਦੀ ਧਰਤੀ ਤੇ ਹਮਲਾ ਕਰਦੇ ਆ, ਉੱਥੋਂ ਦੇ ਜਿਹੜੇ ਹਾਕਮ ਨੇ ਉਹਨਾਂ ਤੋਂ ਉਹ ਲੋਕ ਕਲਾਨੌਰ ਦੇ ਬੜੇ ਸਤਾਏ ਹੋਏ ਸੀ। ਇਤਿਹਾਸ ਕਹਿੰਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਹਮਲਾ ਕਰਕੇ ਉਹਨਾਂ ਲੋਕਾਂ ਨੂੰ, ਉਹਨਾਂ ਹਾਕਮਾਂ ਦੀਆਂ ਜਿਹੜੀਆਂ ਨੀਤੀਆਂ ਸੀ, ਜਿਹੜੀਆਂ ਕੂੜ ਨੀਤੀਆਂ ਸੀ ਕਰਦੇ ਸੀ, ਉਹਨਾਂ ਨੂੰ ਸਮਝਿਆ ਤੇ ਉਹਨਾਂ ਤੇ ਹਮਲਾ ਕਰਕੇ ਉਹਨਾਂ ਹਾਕਮਾਂ ਤੋਂ ਛੁਡਵਾਇਆ। ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਦੀ ਜਿਹੜੀ ਆ ਸਾਨੂੰ ਵਿਚਾਰ ਪ੍ਰਾਪਤ ਹੁੰਦੀ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਵਕਤ ਜਦੋਂ ਉਹ ਕਲਾਨੌਰ ਦਾ ਸ਼ਹਿਰ ਦੇ ਉੱਤੇ ਹਮਲਾ ਕਰਦੇ ਆ, ਤੇ ਇਤਿਹਾਸ ਕਹਿੰਦਾ ਹੈ ਕਿ ਕਲਾਨੌਰ ਉੱਤਰ ਭਾਰਤ ਦਾ ਦੂਜੇ ਨੰਬਰ ਦਾ ਸ਼ਹਿਰ ਸੀ, ਕਿਉਂਕਿ ਇੱਕ ਸ਼ਹਿਰ ਸੀ ਲਾਹੌਰ,
ਸਭ ਤੋਂ ਵੱਡਾ, ਤੇ ਦੂਸਰਾ ਕਲਾਨੌਰ। ਕਲਾਨੌਰ ਉੱਤਰ ਭਾਰਤ ਦਾ ਸਭ ਤੋਂ ਵੱਡਾ ਸ਼ਹਿਰ ਹੈ ਤੇ ਇੱਥੇ 1 ਲੱਖ ਮੁਸਲਮਾਨ ਰਹਿੰਦੇ। ਉਸ ਵਕਤ ਦੀ ਜਿਹੜੀ ਇਹ ਵਿਚਾਰ ਇਤਿਹਾਸ ਦੇ ਪੰਨਿਆਂ ਤੇ ਲਿਖੀ ਹੋਈ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਹਮਲਾ ਕਰਕੇ ਉਹਨਾਂ ਹਾਕਮਾਂ ਤੋਂ ਉਹਨਾਂ ਲੋਕਾਂ ਦੀ ਜਿਹੜੀ ਜਾਨ ਬਚਾਈ, ਤੇ ਉੱਥੋਂ ਦੇ ਜਿਹੜੇ ਮੁਸਲਮਾਨ ਸੀ ਉਹ ਡਰ ਗਏ ਕਿ ਸ਼ਾਇਦ ਇਹ ਸਿੱਖ ਜਰਨੈਲ ਆ ਤੇ ਇਹ ਸਾਡੇ ਘਰ ਘਾਟ ਸਾਡੇ ਪਰਿਵਾਰ ਨੂੰ ਤਬਾਹ ਕਰ ਦੇਵੇਗਾ। ਉਹਨਾਂ ਨੇ ਇਹ ਡਰ ਉਹਨਾਂ ਦੇ ਮਨ ਵਿੱਚ ਬੈਠਾ ਤੇ ਉਹ ਲੋਕ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਪਹੁੰਚੇ। ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਜਦੋਂ ਉਹ ਪਹੁੰਚੇ, ਸਭ ਤੋਂ ਜ਼ਰੂਰੀ ਸਮਝਣ ਵਾਲੀ ਗੱਲ, ਉਹਨਾਂ ਨੇ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਿਹੜੀ ਗੱਲ ਕਹੀ, ਕਹਿਣ ਲੱਗੇ ਕਿ ਸਾਡੇ ਪਰਿਵਾਰ ਤੇ ਸਾਡੀਆਂ ਬੱਚੀਆਂ ਨੂੰ ਛੱਡ ਦਿਓ, ਉਹਨਾਂ ਨੂੰ ਕੁਝ ਨਾ ਕਿਉਂ, ਸਾਨੂੰ ਜੋ ਮਰਜ਼ੀ ਕਰਨ। ਬਾਬਾ ਬੰਦਾ ਸਿੰਘ ਬਹਾਦਰ ਮੁਸਕਰਾਏ, ਕਹਿਣ ਲੱਗੇ ਭਲਿਓ, ਅਸੀਂ ਤੇ ਤੁਹਾਨੂੰ ਜ਼ਾਲਮਾਂ ਤੋਂ ਛੁਡਾਉਣ ਵਾਸਤੇ ਆਏ ਸੀ। ਇਹ ਜ਼ਾਲਮ ਹਕੂਮਤ ਜਿਹੜੀ ਆ, ਇਹ ਜ਼ਾਲਮ ਹਾਕਮ ਜਿਹੜੇ ਆ, ਇਹਨਾਂ ਤੋਂ ਛੁਡਾਉਣ ਵਾਸਤੇ ਤੁਹਾਨੂੰ ਜਿਹੜਾ ਅਸੀਂ ਆਏ ਸੀ। ਅਸੀਂ ਤੁਹਾਡੇ ਤੇ ਕਬਜ਼ਾ ਕਰਨ ਵਾਸਤੇ ਨਹੀਂ ਸੀ ਆਏ, ਅਸੀਂ ਤੁਹਾਡੇ ਨਾਲ ਧੱਕਾ ਕਰਨ ਵਾਸਤੇ ਨਹੀਂ ਸੀ ਆਏ। ਉਹ ਖੁਸ਼ ਹੋਏ। ਤੇ ਜਿਹੜੇ ਉਸ ਵਕਤ ਦੇ ਪਠਾਨ ਸਨ, ਜਿਹੜੇ ਲੋਕ ਫੌਜ ਵਿੱਚੋਂ ਬਾਗੀ ਹੋਏ ਸਨ, ਹਕੂਮਤ ਦੀ ਫੌਜ ਵਿੱਚੋਂ, ਉਹ 5000 ਫੌਜ 29 ਅਪ੍ਰੈਲ ਨੂੰ ਜਿਹੜੇ ਨੇ ਸਿੱਖ ਫੌਜ ਵਿੱਚ ਜਿਹੜੇ ਸ਼ਾਮਲ ਹੋਏ। ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਦੇ ਵਿੱਚ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਨੂੰ ਕਬੂਲਿਆ। ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੀ ਫੌਜ ਵਿੱਚ ਸ਼ਾਮਲ ਹੋ ਕੇ ਰਾਜ ਦੀ ਜਿਹੜੀ ਆਜ਼ਾਦੀ ਦੀ ਜਿਹੜੀ ਗੱਲ ਉਹ ਕਰਨੀ ਚਾਹੁੰਦੇ। ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ ਜੀ ਆਇਆਂ ਨੂੰ ਆਓ। ਪਰ ਇਹ ਕੋਈ ਵੱਡੀ ਗੱਲ ਨਹੀਂ ਕਿ ਫੌਜ ਵਿੱਚ ਸ਼ਾਮਲ ਹੋਏ, ਲੇਕਿਨ ਡਰ ਉਹਨਾਂ ਦੇ ਮਨ ਵਿੱਚ ਵੀ ਸੀ, ਕਿਉਂਕਿ ਉਹਨਾਂ ਨੇ ਨਮਾਜ਼ ਪੜ੍ਹਨੀ। ਉਹਨਾਂ ਦੀਆਂ ਰਹੁ ਰੀਤਾਂ ਤੇ ਖਾਲਸੇ ਦੀਆਂ ਰਹੁ ਰੀਤਾਂ ਵੱਖਰੀਆਂ ਨੇ। ਉਹਨਾਂ ਨੇ ਆਖਿਆ ਕਿ ਸ਼ਾਇਦ ਸਿੱਖ ਜਰਨੈਲ ਦੀ ਅਗਵਾਈ ਦੇ ਵਿੱਚ ਜੇ ਅਸੀਂ ਜਿਹੜੇ ਵਿਚਰਾਂਗੇ ਤੇ ਸਾਨੂੰ ਸ਼ਾਇਦ ਸਾਡੇ ਧਰਮ ਨਾਲੋਂ ਬਾਕੀ ਹੋਣਾ ਪਵੇਗਾ, ਸਾਨੂੰ ਨਮਾਜ਼ ਜਿਹੜੀ ਛੱਡਣੀ ਪਵੇਗੀ। ਉਹਨਾਂ ਨੇ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਇਹ ਬੇਨਤੀ ਕੀਤੀ, ਇਹ ਅਪੀਲ ਕੀਤੀ, ਕਹਿਣ ਲੱਗੇ ਕਿ ਅਸੀਂ ਤੇ ਮੁਸਲਮਾਨ ਹਾਂ, ਸਾਡੀਆਂ ਰਹੁ ਰੀਤਾਂ ਜਿਹੜੀਆਂ ਨੇ ਧਰਮ ਦੀਆਂ ਵੱਖਰੀਆਂ ਨੇ, ਅਸੀਂ ਨਮਾਜ਼ ਪੜ੍ਹਨੀ ਹੁੰਦੀ ਹੈ, ਅਜ਼ਾਨ ਦੇਣੀ ਹੁੰਦੀ ਹੈ। ਉਸ ਵਕਤ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਗੱਲ ਕਹੀ, ਕਹਿਣ ਲੱਗੇ ਅਸੀਂ ਤੁਹਾਨੂੰ ਇਹ ਨਹੀਂ ਕਹਿੰਦੇ ਕਿ ਤੁਸੀਂ ਆਪਣਾ ਧਰਮ ਛੱਡੋ। ਉਹਨਾਂ ਨੂੰ ਆਖਿਆ, ਉਹ 5000 ਜਿਹੜੇ ਫੌਜਦਾਰ ਸ਼ਾਮਲ ਹੋਏ ਸਨ, ਉਹਨਾਂ ਨੂੰ ਆਖਿਆ ਕਿ ਤੁਸੀਂ ਨਮਾਜ਼ ਪੜ੍ਹੋ, ਤੁਹਾਨੂੰ ਜੋ ਵੀ ਚਾਹੀਦਾ ਉਹ ਵੀ ਦੇਣ ਲਈ ਮੈਂ ਤਿਆਰ ਹਾਂ। ਬਾਬਾ ਬੰਦਾ ਸਿੰਘ ਬਹਾਦਰ ਦੀ ਸੋਚ ਸਾਂਝੀਵਾਲ ਦਾ। ਬਾਬਾ ਬੰਦਾ ਸਿੰਘ ਬਹਾਦਰ ਕਹਿਣ ਲੱਗੇ ਤੁਹਾਨੂੰ ਜੋ ਚਾਹੀਦਾ ਹੈ ਉਹ ਵੀ ਦੇਣ ਲਈ ਮੈਂ ਤਿਆਰ ਹਾਂ। ਜੇ ਤੁਹਾਨੂੰ ਕੋਈ ਮਖੌਲ ਕਰਦਾ ਹੈ ਜਾਂ ਕੋਈ ਤੁਹਾਨੂੰ ਇਹ ਗੱਲ ਕਹਿੰਦਾ ਹੈ ਕਿ ਤੁਸੀਂ ਇੱਥੇ ਨਮਾਜ਼ ਨਹੀਂ ਪੜ੍ਹ ਸਕਦੇ, ਉਹ ਵੀ ਤੁਸੀਂ ਸਾਨੂੰ ਆ ਕੇ ਦੱਸੋ, ਅਸੀਂ ਬਿਲਕੁਲ ਸੱਚ ਦਾ ਸਾਥ ਦਿਆਂਗੇ। ਤੁਸੀਂ ਬੇਫਿਕਰ ਹੋ ਕੇ ਆਪਣੇ ਧਰਮ ਦੇ ਕਰਮ ਜਿਹੜੇ ਨੇ ਉਹਨਾਂ ਨੂੰ ਨਿਭਾਓ। ਇਹ ਆ ਸਾਂਝੀਵਾਲਤਾ, ਸਭ ਤੋਂ ਜ਼ਰੂਰੀ ਸਮਝਣ ਵਾਲੀ ਗੱਲ। ਸਭੇ ਸਾਂਝੀਵਾਲ ਸਦਾਇਣ ਤੂੰ ਕਿਸੇ ਨਾ ਦੱਸੇ ਬਾਹਰ ਜੀ, ਕਿਉਂਕਿ ਗੁਰੂ ਨਾਨਕ ਦੇ ਘਰ ਦੀ ਵਿਚਾਰਧਾਰਾ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦਾ ਉਪਦੇਸ਼ ਹੈ। ਅੱਜ ਜਦੋਂ ਅਸੀਂ ਇਹ ਗੱਲ ਵੇਖਦੇ ਹਾਂ ਤੇ ਅੱਜ ਦੇ ਜਿਹੜੇ ਹਾਲਾਤ ਨੇ ਇਹਨਾਂ ਨੂੰ ਜਦੋਂ ਅਸੀਂ ਤੱਕਦੇ ਹਾਂ, ਇਹ ਉਹ ਬੜਾ ਜ਼ਰੂਰੀ ਸਮਝਣਾ। ਅਗਲਾ ਪ੍ਰਸ਼ਨ ਸੀ ਭਾਈ ਸਾਹਿਬ ਕਿ ਜਿਹੜੇ ਅੱਜ ਦੇ ਮੌਜੂਦਾ ਹਾਲਾਤ ਹਨ, ਉਹਨਾਂ ਦੇ ਹਿਸਾਬ ਨਾਲ ਜਿਹੜਾ ਹੈ ਸਿੱਖ ਨੌਜਵਾਨ ਜਿਹੜੇ ਖਾਸ ਤੌਰ ਤੇ ਹਨ, ਉਹ ਕੀ ਸਿੱਖਿਆ ਲੈ ਸਕਦੇ ਨੇ ਗੁਰਬਾਣੀ ਤੋਂ ਅਤੇ ਸਾਡੇ ਇਤਿਹਾਸ ਤੋਂ, ਤੇ ਅੱਜ ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਹੈ ਆਪਣੀ ਜ਼ਿੰਦਗੀ ਵਿੱਚ ਢਾਲ ਸਕਦੇ ਨੇ ਕਿ ਉਹ ਸਾਂਝੀਵਾਲਤਾ ਦੇ ਜਿਹੜਾ ਉਪਦੇਸ਼ ਹੈ ਉਸ ਤੇ ਅਮਲ ਕਰ ਸਕਣ। ਜੇ ਤੁਸੀਂ ਥੋੜਾ ਸੰਖੇਪ ਵਿੱਚ ਦੱਸ ਸਕੋ, ਕਿਉਂਕਿ ਸਮਾਂ ਸਾਡੇ ਕੋਲ ਥੋੜਾ ਘੱਟ ਹੀ ਹੈ। ਬਿਲਕੁਲ ਜੀ। ਗੁਰਬਾਣੀ ਦਾ ਜਿਹੜਾ ਉਪਦੇਸ਼ ਹੈ ਉਸ ਨੂੰ ਜਿੰਨਾ ਚਿਰ ਸਿੱਖ ਪ੍ਰੈਕਟੀਕਲ ਵਿੱਚ ਨਹੀਂ ਅਪਣਾਉਂਦਾ, ਉਹਨਾਂ ਚਿਰ ਸਿੱਖ ਗੁਰੂ ਦਾ ਸਿੱਖ ਨਹੀਂ ਬਣ ਸਕਦਾ। ਜਿਵੇਂ ਅਸੀਂ ਪੜ੍ਹਦੇ ਹਾਂ ਕਿ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੀ ਪਿਆਰ। ਗੁਰਬਾਣੀ ਦਾ ਜਿਹੜਾ ਉਪਦੇਸ਼ ਹੈ ਨਾ, ਗੁਰੂ ਬੜੇ ਪ੍ਰੇਮ ਨਾਲ ਬੜੇ ਪਿਆਰ ਨਾਲ ਆਪਣੇ ਸਿੱਖ ਨੂੰ ਬਖਸ਼ਿਸ਼ ਕਰਦਾ। ਤੁਸੀਂ ਪੁੱਛਿਆ ਕਿ ਮੌਜੂਦਾ ਹਾਲਾਤਾਂ ਵਿੱਚ ਸਿੱਖ ਕੌਮ ਸਾਂਝੀਵਾਲਤਾ ਬਾਰੇ ਕੀ ਗੁਰਬਾਣੀ ਦੇ ਉਪਦੇਸ਼ ਨੂੰ ਲੈ ਕੇ ਪ੍ਰਚਾਰ ਕਰ ਸਕਦੀ ਹੈ ਤੇ ਕਿਵੇਂ ਤੁਰ ਸਕਦੀ ਹੈ। ਬਹੁਤ ਸਾਰੀਆਂ ਸੰਸਥਾਵਾਂ ਐਸੀਆਂ ਨੇ ਜਿਹੜੀਆਂ ਤੁਰੀਆਂ ਹੋਈਆਂ ਨੇ, ਪਰ ਇੱਕ ਆਦਤ ਹੁੰਦੀ ਹੈ ਲੱਤਾਂ ਖਿੱਚਣ ਦੀ, ਉਹ ਵੀ ਨਾਲ ਚੱਲ ਰਹੀ ਹੈ। ਖਾਲਸਾ ਏਡ ਵਰਗੀ ਸੰਸਥਾ ਵੱਡੇ ਪੱਧਰ ਤੇ ਸਿੱਖ ਕੌਮ ਦਾ ਨਾਮ ਜਿਹੜਾ ਰੋਸ਼ਨ ਕਰਦੀ ਹੈ। ਵੱਡੇ ਪੱਧਰ ਤੇ ਜਾ ਕੇ ਉਹ ਲੋਕ ਜਿਹੜੇ ਨੇ ਸੇਵਾਵਾਂ ਨਿਭਾਉਂਦੇ ਨੇ। ਅੱਜ ਹਰ ਜਗ੍ਹਾ ਜਿਹੜਾ ਵਾ ਸਿੱਖ ਦਾ ਸਿਰ ਉੱਚਾ ਹੋਇਆ ਹੈ ਖਾਲਸਾ ਏਡ ਕਰਕੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕਰੋਨਾ ਵਾਇਰਸ ਦੀ ਜਿਹੜੀ ਇਹ ਬਿਮਾਰੀ ਚੱਲ ਰਹੀ ਹੈ ਇਹਦੇ ਵਿੱਚ ਆਪਣਾ ਯੋਗਦਾਨ ਪਾਇਆ ਤੇ ਅੱਜ ਤੱਕ 70-80 ਦਿਨ ਹੋ ਚੁੱਕੇ ਨੇ ਇਸ ਬਿਮਾਰੀ ਨੂੰ ਭਾਰਤ ਦੇ ਵਿੱਚ ਇਹ ਜਿਹੜਾ ਲਾਕਡਾਊਨ ਹੋਇਆ ਸੀ, ਤੇ 70-80 ਦਿਨਾਂ ਦੇ ਵਿੱਚ ਜੋ ਸਰਕਾਰ ਨੂੰ ਭੂਮਿਕਾ ਨਿਭਾਉਣੀ ਚਾਹੀਦੀ ਸੀ ਉਹ ਭੂਮਿਕਾ ਗੁਰੂ ਕਿਆ ਸਿੱਖਾਂ ਨੇ ਨਿਭਾਈ ਹੈ।
ਮੌਜੂਦਾ ਹਾਲਾਤਾਂ ਦੇ ਵਿੱਚ। ਪਰ ਇਸ ਸਮੇਂ ਦੌਰਾਨ ਮੀਡੀਆ ਨੇ ਜਿਹੜਾ ਪੱਖ ਪੂਰਿਆ ਹੈ ਉਹ ਸਾਂਝੀਵਾਲਤਾ ਵਾਲਾ ਨਹੀਂ। ਮੀਡੀਆ ਨੇ ਇੱਕ ਪਾਰਟੀ ਨੂੰ ਖੁਸ਼ ਕਰਨ ਵਾਸਤੇ, ਹਿੰਦੁਸਤਾਨ ਦੇ ਮੀਡੀਆ ਨੇ ਇੱਕ ਪਾਰਟੀ ਨੂੰ ਖੁਸ਼ ਕਰਨ ਵਾਸਤੇ ਆਪਣਾ ਯੋਗਦਾਨ ਪਾਇਆ, ਸਾਂਝੀਵਾਲਤਾ ਵਾਲਾ ਨਹੀਂ। ਘੱਟ ਗਿਣਤੀਆਂ ਨੂੰ ਦੱਬਣ ਵਾਸਤੇ ਉਹਨੇ ਯੋਗਦਾਨ ਪਾਇਆ। ਇਹ ਬੜਾ ਜ਼ਰੂਰੀ ਹੈ ਸਮਝਣ ਵਾਲਾ। ਅੱਜ ਮੀਡੀਆ ਫਿਰਕਾ ਪ੍ਰਸਤੀ ਹੈ। ਮੀਡੀਆ ਦਾ ਜੋ ਰੋਲ ਹੈ ਉਹ ਨਿਭਾਉਣ ਦੀ ਬਜਾਏ ਮੀਡੀਆ ਅੱਜ ਆਮ ਲੋਕਾਂ ਨੂੰ ਦੱਬ ਰਿਹਾ ਹੈ ਤੇ ਸਰਕਾਰੀ ਤੇ ਗੁੰਡੇ ਲੋਕ ਜਿਹੜੇ ਨੇ ਉਹਨਾਂ ਨੂੰ ਉਤਾਂਹ ਚੱਕ ਰਹੇ ਨੇ। ਜੋ ਸਾਂਝੀਵਾਲਤਾ ਦਾ ਉਪਦੇਸ਼ ਲੈ ਕੇ ਜਾ ਰਹੇ ਨੇ ਉਹਨਾਂ ਦੀ ਕੋਈ ਵੀ ਖਬਰ ਨਹੀਂ ਦਿਖਾ ਰਿਹਾ ਮੀਡੀਆ, ਉਹਨਾਂ ਨੂੰ ਦੱਬਣ ਵਾਸਤੇ ਜ਼ੋਰ ਲੱਗ ਰਿਹਾ ਹੈ। ਇਸੇ ਕਰਕੇ ਜਦੋਂ ਅਸੀਂ ਦੇਖਦੇ ਹਾਂ ਅਕਾਲ ਚੈਨਲ ਬੈਨ ਕਰ ਦਿੱਤਾ, ਫਿਰ ਜਦੋਂ ਅਸੀਂ ਦੇਖਦੇ ਹਾਂ ਜਿਹੜਾ ਉਹ ਸਿੱਖ ਹੈਸ਼ ਉਹ ਬੈਨ ਕਰ ਦਿੱਤਾ, #ਸਿੱਖ। ਇਹ ਬਹੁਤ ਜਿਹੜੀ ਜ਼ਰੂਰੀ ਸਮਝਣ ਵਾਲੀ KTV ਗੱਲ ਤੇ ਹੈ। ਵੀ ਸੁਣਨ ਚ ਆਇਆ ਸੀ ਕਿ ਬੈਨ ਲਗਾਇਆ ਸੀ। ਬਿਲਕੁਲ ਇਹ ਬਹੁਤ ਜ਼ਰੂਰੀ ਹੈ ਕਿ ਜੋ ਸੱਚ ਦੀ ਗੱਲ ਕਰੇਗਾ, ਜੋ ਸਮਾਨਤਾ ਦੀ ਗੱਲ ਕਰੇਗਾ, ਜੋ ਸਾਂਝੀਵਾਲਤਾ ਦੀ ਗੱਲ ਕਰੇਗਾ, ਉਸ ਦੇ ਨਾਲ ਜਿਹੜਾ ਵੀ ਵਿਵਹਾਰ ਹੋਇਆ ਹੈ ਉਹ ਗਲਤ ਹੋਇਆ ਹੈ। ਗੁਰੂ ਅਰਜਨ ਪਾਤਸ਼ਾਹ ਜੀ ਸਾਂਝੀਵਾਲਤਾ ਦਾ ਉਪਦੇਸ਼ ਦੇਣ ਵਾਲੇ ਨੇ। ਇਤਿਹਾਸਕ ਪੱਖ ਫਿਰ ਮੈਂ ਆਪ ਜੀ ਦੇ ਨਾਲ ਸਾਂਝਾ ਕਰਦੇ ਹਾਂ। ਗੁਰੂ ਅਰਜਨ ਪਾਤਸ਼ਾਹ ਜੀ ਉਹਨਾਂ ਦੇ ਜੀਵਨ ਦੇ ਵਿੱਚ ਵੇਖੋ ਕਿ ਜਦੋਂ ਲਾਹੌਰ ਦੇ ਵਿੱਚ 3 ਵਾਰ ਗੁਰੂ ਸਾਹਿਬ ਜੀ ਲਾਹੌਰ 'ਚ ਗਏ ਨੇ, ਲਾਹੌਰ 'ਚ ਬਿਮਾਰੀ ਫੈਲੀ ਹੈ ਤੇ ਗੁਰੂ ਸਾਹਿਬ ਜੀ ਸਿੱਖਾਂ ਦਾ ਦਸਵੰਧ ਇਕੱਠਾ ਕਰਕੇ ਲਾਹੌਰ ਵਿੱਚ ਫੈਲੀ ਹੋਈ ਬਿਮਾਰੀ ਨੂੰ ਰੋਕਥਾਮ ਵਾਸਤੇ ਸਤਿਗੁਰੂ ਜੀ ਖੁਦ ਜਾਂਦੇ ਕੁਝ ਸੂਝਵਾਨ ਸਿੱਖਾਂ ਨੂੰ ਤੇ ਵੈਦਾਂ ਨੂੰ ਨਾਲ ਲੈ ਕੇ। ਉੱਥੇ ਕੌਣ ਰਹਿੰਦੇ ਨੇ? ਬਹੁਤੇ ਮੁਸਲਮਾਨ ਸਿੱਖ। ਗੁਰੂ ਅਰਜਨ ਪਾਤਸ਼ਾਹ ਜੀ ਨੇ ਇਸ ਸਿਲਸਿਲੇ ਨੂੰ ਆਪ ਵੇਖੋ ਵਿਚਾਰੇ, ਪਰ ਗੁਰੂ ਅਰਜਨ ਪਾਤਸ਼ਾਹ ਜੀ ਦੇ ਨਾਲ ਕੀ ਵਾਪਰਿਆ? ਉਹਨਾਂ ਨੂੰ ਤੱਤੀ ਤਵੀ ਤੇ ਬਿਠਾ ਕੇ ਉਬਲਦੀ ਦੇਗ ਵਿੱਚ ਉਬਾਲ ਕੇ ਸਿਰ ਵਿੱਚ ਰੇਤਾ ਪਾ ਕੇ ਤੇ ਬੰਨ੍ਹ ਕੇ ਰਾਵੀ ਨਦੀ ਦੇ ਵਿੱਚ ਰੋੜ ਦਿੱਤਾ। ਬੱਧੇ ਹੋਏ ਦਿੱਤੇ ਨਦੀ ਰੁੜਾਏ। ਇਤਿਹਾਸਕ ਹਵਾਲਾ ਆਪ ਜੀ ਨਾਲ ਸਾਂਝਾ ਕਰਾਂ ਕਿ ਬੱਧੇ ਹੋਏ ਦਿੱਤੇ ਨਦੀ ਰੁੜਾਏ ਬੰਨ੍ਹ ਕੇ ਸਤਿਗੁਰੂ ਜੀ ਨੂੰ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਨਦੀ ਦੇ ਵਿੱਚ ਰੋੜ ਦਿੱਤਾ। ਸਭ ਤੋਂ ਜ਼ਰੂਰੀ ਗੱਲ ਸਮਝਣ ਵਾਲੀ ਹੈ ਕਿ ਅੱਜ ਤੱਕ ਜਿਸ ਨੇ ਵੀ ਸੱਚ ਦਾ ਸਾਥ ਦਿੱਤਾ ਹੈ, ਜਿਸ ਨੇ ਵੀ ਸਾਂਝੀਵਾਲਤਾ ਦਾ ਹੋਕਾ ਦਿੱਤਾ ਹੈ, ਉਸ ਦੇ ਨਾਲ ਇਹੀ ਕੁਝ ਵਾਪਰਿਆ। ਜੋ ਕੁਝ ਅਸੀਂ ਤੱਕਦੇ ਹਾਂ ਮੌਜੂਦਾ ਹਾਲਾਤ, ਇਹਦੇ ਵਿੱਚ ਸਿੱਖ ਨੌਜਵਾਨ ਕੀ ਕਰ ਸਕਦੇ ਆ? ਮੈਂ ਉਹਨਾਂ ਨੌਜਵਾਨਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਇੱਕ ਇਲਾਕੇ ਤੱਕ ਸੀਮਿਤ ਨਾ ਰਹੋ, ਤੁਸੀਂ ਇੱਕ ਸੰਸਥਾ ਤੱਕ ਸੀਮਿਤ ਨਾ ਰਹੋ, ਤੁਸੀਂ ਇੱਕ ਮੁਹਿੰਮ ਜਿਹੜੀ ਚਲਾ ਦਿਓ ਬਿਲਕੁਲ ਸਾਂਝੀਵਾਲਤਾ ਦੀ। ਕਿਉਂਕਿ ਤੁਸੀਂ ਵੀ ਬੜਾ ਵਧੀਆ ਜਿਹੜਾ ਚੈਨਲ ਦਾ ਨਾਂ ਰੱਖਿਆ ਹੈ ਸਾਂਝੀਵਾਲਤਾ ਮੁਹਿੰਮ। ਇਹ ਅਸਲ ਵਿੱਚ ਇੱਕ ਸਿਰਫ ਚੈਨਲ ਨਹੀਂ, ਇੱਕ ਮੁਹਿੰਮ ਹੈ। ਤੁਸੀਂ ਆਪ ਵੀ ਇਸ ਦੇ ਜਿਹੜੇ ਹੈ ਕਾਫੀ ਵਧੀਆ ਤੁਸੀਂ ਵੀ ਨਾਮ ਕਰ ਰਹੇ ਹੋ। ਇਹੀ ਤਾਂ ਤੁਹਾਨੂੰ ਮੈਂ ਦੱਸ ਰਿਹਾ ਵੀ ਅੱਜ ਲੋੜ ਹੈ ਨੌਜਵਾਨ ਵੀਰਾਂ ਦੀ, ਜਿਹੜੇ ਇੱਕ ਇਲਾਕੇ ਤੱਕ ਨੌਜਵਾਨ ਸਭਾਵਾਂ ਬਣਾ ਕੇ ਨਾ ਰਹਿਣ, ਇੱਕ ਇਕੱਠ ਕਰਕੇ ਵੱਖੋ ਵੱਖਰੀਆਂ ਜਗ੍ਹਾ ਤੇ ਜਿਹੜਾ ਵਾ ਉਹ ਆਪਣਾ ਜੋ ਵੀ ਸਾਂਝੀਵਾਲਤਾ ਵਾਸਤੇ ਯੋਗਦਾਨ ਪਾ ਸਕਦੇ ਆ ਉਹ ਪਾਉਣ। ਇਹ ਬਹੁਤ ਜ਼ਰੂਰੀ ਸਮਝਣ ਵਾਲੀ ਗੱਲ ਹੈ। ਤੇ ਸਾਂਝੀਵਾਲਤਾ ਦਾ ਗੁਰਬਾਣੀ ਦਾ ਜੋ ਗੁਰੂ ਨਾਨਕ ਦੇ ਘਰ ਦਾ ਪੈਗਾਮ ਹੈ ਉਹ ਘਰ ਘਰ ਤੱਕ ਪਹੁੰਚਾਉਣਾ ਬਹੁਤ ਔਖਾ ਤਾਂ ਹੈ, ਪਰ ਇਸ ਔਖੇ ਨੂੰ ਗੁਰੂ ਦੀ ਕਿਰਪਾ ਦੁਆਰਾ ਅਸੀਂ ਸੌਖਾ ਕਰ ਸਕਦੇ ਹਾਂ। ਗੁਰੂ ਦੇ ਅੱਗੇ ਅਸੀਂ ਇਹ ਬੇਨਤੀ ਕਰੀਏ ਕਿ ਖੁਦ ਨਿੱਜ ਤੋਂ ਸਵਾਰਥ ਤੋਂ ਉੱਪਰ ਉੱਠ ਸਕੀਏ। ਮਾਨਵਤਾ ਦੇ ਭਲਾਈ ਵਾਸਤੇ ਜਦੋਂ ਤੁਸੀਂ ਤੁਰੋਗੇ ਤੇ ਤੁਹਾਨੂੰ ਬਹੁਤ ਕੁਝ ਪਿੱਛੇ ਛੱਡਣਾ ਪਵੇਗਾ, ਬਹੁਤ ਕੁਝ ਤਿਆਗਣਾ ਪਵੇਗਾ। ਇਹ ਬਹੁਤ ਇਹ ਤੁਹਾਡਾ ਪੁਆਇੰਟ ਕਾਫੀ ਜਿਹੜਾ ਅਹਿਮੀਅਤ ਭਰਿਆ ਸੀ ਕਿ ਸਿੱਖ ਜਿਹੜੇ ਹਨ, ਸਿੱਖ ਸਪੈਸ਼ਲੀ ਨੌਜਵਾਨ ਹਨ ਖਾਸ ਤੌਰ ਤੇ, ਉਹ ਇੱਕ ਸੰਸਥਾ ਤੇ ਇੱਕ ਇਲਾਕੇ ਤੱਕ ਹੀ ਸੀਮਿਤ ਨਾ ਰਹਿਣ। ਇਸੇ ਪੁਆਇੰਟ ਨੂੰ ਮੇਰੇ ਹਿਸਾਬ ਨਾਲ ਜਿਹੜੇ ਜਿੰਨੇ ਵੀ ਸਿੱਖ ਯੂਥ ਸਾਡੀ ਵੀਡੀਓ ਦੇਖ ਰਹੇ ਹਨ ਖਾਸ ਤੌਰ ਤੇ, ਉਹ ਤੇ ਇਸ ਜਿਹੜਾ ਹੈ ਭਾਈ ਸਾਹਿਬ ਦੇ ਦੱਸੇ ਹੋਏ ਪੁਆਇੰਟ ਨੂੰ ਜ਼ਰੂਰ ਨੋਟ ਕਰਨ। ਤੇ ਸਮਾਂ ਜਿਹੜਾ ਹੈ ਉਹ ਅੱਜ ਦੀ ਵੀਡੀਓ ਲਈ ਫਿਲਹਾਲ ਜਿਹੜਾ ਪੂਰਾ ਹੁੰਦਾ ਹੈ। ਤੇ ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ। ਜੇ ਵਾਹਿਗੁਰੂ ਅਕਾਲ ਪੁਰਖ ਦੀ ਜੇ ਮਿਹਰ ਹੋਈ ਤੇ ਅਸੀਂ ਜ਼ਰੂਰ ਇੱਕ ਹੋਰ ਵੀਡੀਓ ਲੈ ਕੇ ਆਪ ਜੀ ਨਾਲ ਹਾਜ਼ਰ ਹੋਵਾਂਗੇ। ਤੇ ਫਿਲਹਾਲ ਲਈ ਜੋ ਵਿਚਾਰ ਕਰਦੇ ਹਾਂ, ਵਿਚਾਰ ਵਟਾਂਦਰਾ ਕਰਦੇ ਹਾਂ, ਜੋ ਦਾਸ ਕੋਲੋਂ ਅਤੇ ਭਾਈ ਸਾਹਿਬ ਕੋਲੋਂ ਭੁੱਲਾਂ ਹੋਈਆਂ ਹੋਣਗੀਆਂ ਤੇ ਸੰਗਤ ਬਖਸ਼ਣਯੋਗ ਹੈ, ਖਿਮਾ ਬਖਸ਼ਣੀ ਜੀ। ਤੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਫਿਰ ਕਿਸੇ ਅਹਿਮ ਮੁੱਦੇ ਤੇ ਚਰਚਾ ਕਰਨ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।